सारे आ जाओ। अभी सुखी आ जाओ, बैठो, 2 चेयर और ले आओ। एक ऑफिसर उस पास वैसे चलो इतने बैठ जाएंगे, एक जगह उधर आ जाओ। बस बस ਜਿਹੜਾ 7 ਨਵੰਬਰ ਨੂੰ ਡਬਲ ਮਰਡਰ ਨਕੋਦਰ ਦੇ ਵਿੱਚ ਹੋਇਆ ਸੀਗਾ, ਉਸ ਨੂੰ ਜਲੰਧਰ ਰੂਰਲ ਪੁਲਿਸ ਨੇ ਸੋਲਵ ਕਰ ਲਿਆ ਹੈਗਾ ਤੇ 3 ਗ੍ਰਿਫਤਾਰੀਆਂ ਕੀਤੀਆਂ ਤੇ ਜਿਹੜਾ ਮੋਡਿਊਲ ਇਸ ਮਰਡਰ ਦੇ ਪਿੱਛੇ ਸੀਗਾ ਉਹ ਪੂਰੀ ਤਰ੍ਹਾਂ ਉਸ ਨੂੰ ਅਨਵੇਲ ਕਰਕੇ ਬਸਟ ਕੀਤਾ ਗਿਆ ਹੈ। ਇਹ ਐਕਸਟੋਰਸ਼ਨ ਕਾਲ 1 ਨਵੰਬਰ ਨੂੰ ਹੋਈ ਸੀਗੀ ਡਿਸੀਜ਼ਡ ਭੁਪਿੰਦਰ ਸਿੰਘ ਉਰਫ ਟਿਮੀ ਨੂੰ ਤੇ 8 ਨਵੰਬਰ ਨੂੰ ਦੂਜੀ ਐਕਸਟੋਰਸ਼ਨ ਕਾਲ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ ਮਸਲਾ ਪੁਲਿਸ ਦੇ ਨੋਟਿਸ 'ਚ ਲਿਆਂਦਾ ਸੀਗਾ ਤੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀ। ਇਹ ਜਿਹੜਾ ਇਨਸੀਡੈਂਟ 7 ਦਸੰਬਰ ਨੂੰ 8:30 PM ਤੇ ਹੋਇਆ ਸੀਗਾ, ਜਦੋਂ 2 ਮੋਟਰਸਾਈਕਲਾਂ ਤੇ 5 ਅਣਪਛਾਤੇ ਵਿਅਕਤੀ ਆਏ ਸੀਗੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ, ਜਿਸ ਤੇ ਜਿਹੜਾ ਗਨਮੈਨ ਮਨਦੀਪ ਸਿੰਘ ਸੀਗਾ ਉਹਨੇ ਜਵਾਬੀ ਫਾਇਰ ਕੀਤੇ ਸੀ। ਕਾਫੀ ਬਹਾਦਰੀ ਨਾਲ ਅਟੈਕ ਦਾ ਜਵਾਬ ਦਿੱਤਾ ਸੀਗਾ ਤੇ ਦੋਵਾਂ ਨੂੰ ਇੰਜਰੀਜ਼ ਹੋਈ ਸੀ। ਭੁਪਿੰਦਰ ਸਿੰਘ ਟਿਮੀ ਸਕਮ ਟੂ ਹਿਜ਼ ਇੰਜਰੀਜ਼ ਤੇ ਨੈਕਸਟ ਡੇ ਜਿਹੜਾ ਸਾਡਾ ਮੁਲਾਜ਼ਮ ਮਨਦੀਪ ਸੀਗਾ ਉਹ ਵੀ ਸ਼ਹੀਦ ਹੋ ਗਿਆ ਸੀਗਾ। ਇਹ ਸਾਰੀ ਇਨਵੈਸਟੀਗੇਸ਼ਨ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਈ ਕਿ ਇਹ ਕਿਸੇ ਵੀ ਆਰਗੇਨਾਈਜ਼ਡ ਜਾਂ ਕਿਸੇ ਕ੍ਰਿਮੀਨਲ ਗਰੁੱਪ ਨਾਲ ਐਸੋਸੀਏਟਡ ਗਰੁੱਪ ਦਾ ਕੰਮ ਨਹੀਂ ਸੀ। ਇਹ ਬਿਲਕੁਲ ਹੀ ਨਵਾਂ ਗਰੁੱਪ ਜਿਹੜਾ ਇਮਰਜ ਹੋਇਆ ਸੀਗਾ, ਜਿਸ ਦਾ ਸੂਤਰਧਾਰ ਇੱਕ USA ਦੇ ਵਿੱਚ ਯੂਬਾ ਸਿਟੀ ਦੇ ਵਿੱਚ ਬੈਠਾ ਹੋਇਆ ਬੰਦਾ ਜਿਹੜਾ ਅਮਨਦੀਪ ਸਿੰਘ ਪੂਰੇਵਾਲ ਹੈਗਾ। ਇਹ ਮਾਲੜੀ ਪਿੰਡ ਉਹ ਨੇੜੇ ਹੈਗਾ, ਉਸ ਤੋਂ ਮਾਲੜੀ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਇਸ ਦਾ ਜਿਹੜਾ ਕੀ ਆਪਰੇਟਿਵ ਇੰਡੀਆ ਦੇ ਵਿੱਚ ਗੁਰਿੰਦਰ ਸਿੰਘ ਉਰਫ ਗਿੰਦਾ ਉਹ ਵੀ ਮਾਲੜੀ ਪਿੰਡ ਦਾ ਸੀਗਾ। ਉਹ ਸੇਮ ਵਿਲੇਜ ਜਿਹੜਾ ਜਿੱਥੇ ਪਲੇਸ ਆਫ ਅਕਰੈਂਸ ਹੈਗੀ ਉਸ ਤੇ ਕਾਫੀ ਨੇੜੇ ਪਿੰਡ ਦੇ 2 ਵਸਨੀਕ ਸੀਗੇ। ਇੱਕ USA ਦੇ ਵਿੱਚ ਬੈਠਿਆ ਸੀ। ਅਸੀਂ ਵੌਇਸ ਐਨਾਲਿਸਿਸ ਤੋਂ ਕੰਪੇਅਰ ਕਰਾ ਕੇ ਇਹ ਕਨਫਰਮ ਹੋ ਗਿਆ ਕਿ ਇਹ ਜਿਹੜੀ ਵੌਇਸ ਸੀਗੀ ਇਹ ਅਮਨਦੀਪ ਦੀ ਸੀਗੀ, ਜਿਸ ਵੌਇਸ ਤੋਂ ਐਕਸਟੋਰਸ਼ਨ ਹੋਈ ਸੀਗੀ। ਤੇ ਇਹਦੀ ਪਹਿਲੇ ਇੱਕ ਅਮਰੀਕ ਸਿੰਘ ਨਾਂ ਦਾ ਬੰਦਾ ਸੀਗਾ, ਬਠਿੰਡੇ ਡਿਸਟ੍ਰਿਕਟ ਦਾ ਰਿਹਾਇਸ਼ੀ, ਜਿਸ ਨੇ ਰੈਕੀ ਕੀਤੀ ਸੀ ਅਲੋਂਗ ਵਿਥ 1 ਸਾਜਨ। ਇਹ ਦੋਵੇਂ ਹਾਲੇ ਐਬਸਕੌਂਡਿੰਗ ਹੈਗੇ ਤੇ ਰੈਕੀ ਦੇ ਵਿੱਚ ਇੱਕ ਸਫਾਰੀ ਕਾਰ ਤੇ ਇੱਕ ਸਕੋਰਪੀਓ ਕਾਰ ਵਰਤੀ ਗਈ ਸੀਗੀ। ਸਫਾਰੀ ਕਾਰ ਰਿਕਵਰ ਹੋ ਗਈ ਹੈ, ਸਕੋਰਪੀਓ ਕਾਰ ਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੈ ਤੇ ਉਹ ਵੀ ਰਿਕਵਰ ਹੋ ਜਾਊਗੀ। ਟੋਟਲ 3 30 ਬੋਰ ਪਿਸਟਲਸ ਇਲੀਗਲੀ ਯੂਜ਼ ਹੋਏ ਸੀਗੇ। ਸੋ ਥੀਸ ਵੈਪਨਸ ਵਰ ਸੋਰਸਡ ਬਾਈ ਗੁਰਿੰਦਰ ਸਿੰਘ ਗਿੰਦਾ ਜਿਹੜਾ ਮਾਲੜੀ ਪਿੰਡ ਦਾ ਸੀਗਾ। ਜਿਹੜੇ ਅਕਿਊਜ਼ਡ 5 ਜਿਹੜੇ 2 ਮੋਟਰਸਾਈਕਲਾਂ ਤੇ ਆਏ ਸੀਗੇ ਉਹਨਾਂ ਦੇ ਨਾਂ ਹੈਗੇ ਖੁਸ਼ਕਰਨ ਸਿੰਘ ਏਲੀਆਸ ਫੌਜੀ, ਆਰਓ ਵਿਲੇਜ ਨੰਗਲਾ, PS ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ, ਇਹ ਗ੍ਰਿਫਤਾਰ ਹੋ ਗਿਆ ਹੈਗਾ। ਕਮਲਦੀਪ ਸਿੰਘ ਏਲੀਆਸ ਦੀਪ, ਆਰਓ ਪਿੰਡ ਬ੍ਰਾਹਮਣਾ ਦੀਵਾਨਾ, PS ਸਦਰ ਬਠਿੰਡਾ, ਇਹ ਵੀ ਗ੍ਰਿਫਤਾਰ ਹੋ ਗਿਆ ਹੈ। ਮੰਗਾ ਸਿੰਘ ਉਰਫ ਮੰਗਾ ਸਿੰਘ ਪਿੰਡ ਜੱਸੀਪੋ ਵਾਲੀ, PS ਕੋਟ ਫੱਤਾ ਡਿਸਟ੍ਰਿਕਟ ਬਠਿੰਡਾ, ਤਿੰਨੋਂ ਬਠਿੰਡਾ ਜ਼ਿਲ੍ਹੇ ਦੇ ਰਿਹਾਇਸ਼ੀ ਹੈਗੇ, ਗ੍ਰਿਫਤਾਰ ਹੋ ਗਏ ਹੈਗੇ। ਤੇ ਜਿਹੜੇ ਇਹ ਆਏ ਸੀਗੇ ਮੁਲਜ਼ਮ ਮੋਟਰਸਾਈਕਲ ਤੇ ਸਤਪਾਲ ਏਲੀਆ ਸਾਜਨ ਤੇ ਇੱਕ ਠਾਕੁਰ ਨਾਂ ਦਾ ਬੰਦਾ, ਇਹ ਦੋਵੇਂ ਐਬਸਕੌਂਡਿੰਗ ਹੈਗੇ। ਇਹ ਟੋਟਲ ਜਿਹੜੀ ਪਲੈਨਿੰਗ ਸੀਗੀ ਇੰਡੀਆ ਦੇ ਵਿੱਚ ਜਿਸ ਨੂੰ ਅੰਜਾਮ ਦਿੱਤਾ ਇਹ ਗੁਰਿੰਦਰ ਸਿੰਘ ਗਿੰਦੇ ਨੇ ਦਿੱਤੀ ਸੀ ਪਲੈਨਿੰਗ ਨੂੰ। ਇਹ ਜਿਹੜੀ ਮੋਟਰਸਾਈਕਲਾਂ ਵਰਤੀਆਂ ਗਈ ਸੀ ਇਹਦੇ ਬਾਰੇ ਵੀ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆ ਗਿਆ ਹੈਗਾ ਤੇ ਇਹਨਾਂ ਦੀ ਡਿਸਕਲੋਜ਼ਰ ਸਟੇਟਮੈਂਟ ਤੇ ਸਾਨੂੰ ਆਸ ਹੈ ਅਸੀਂ ਛੇਤੀ ਰਿਕਵਰ ਕਰ ਲਾਂਗੇ। ये जो नकोदर में 7 नवंबर को डबल मर्डर हुआ था भूपिंदर सिंह टिमी और पंजाब पुलिस के मुलाजिम मनदीप सिंह का, उस केस को जलंधर देहाती पुलिस ने सॉल्व कर लिया है। 3 गिरफ्तारियां इस केस में करी गई हैं और जो इन्वेस्टिगेशन से प्रिलिमिनरी इन्वेस्टिगेशन से पता लगा है कि 2 एक्सटॉर्शन कॉल्स हुई थी 1 नवंबर को और 8 नवंबर को। वॉइस एनालिसिस से और इन्वेस्टिगेशन से ये पता लगा है कि अमनदीप सिंह पूरेवाल जो कि नज़दीक के गांव मालड़ी का रहने वाला है, उसने ये कॉलें करी थी और एक्सटॉर्शन की डिमांड करी थी। जब ये मसला पुलिस के संज्ञान में लाया गया तो उसको सिक्योरिटी प्रोवाइड करी गई थी। कांस्टेबल मनदीप सिंह उनके साथ वेपन के साथ डिप्लॉय किया गया था। ये एक रेकी जो ये इसने पूरेवाल ने ऑर्गेनाइज कराई, ये 2 लोगों ने रेकी करी थी, भटिंडे का अमरीक सिंह और साजन भटिंडे का, ये दोनों एब्सकॉन्डिंग हैं और इसको फैसिलिटेट सारे प्लान को गुरिंदर सिंह गिंदा, ये भी मालड़ी विलेज का है और अमनदीप का काफ़ी क्लोज एसोसिएट है, इसने अरेंज किया था। एक सफारी गाड़ी और एक स्कॉर्पियो गाड़ी रेकी में यूज़ हुई थी, जिसमें से सफारी गाड़ी रिकवर हो गई है और गिंदे ने ही वेपन्स अरेंज किए थे, इलीगल वेपन्स हैं। ये 30 बोर पिस्टल अरेंज करके
जिन्होंने एक्चुअली क्राइम किया उनको हैंड ओवर करे थे। ये जो क्राइम करने वाले लोग थे जिन्होंने शूट आउट को अंजाम दिया था, खुशकरण सिंह एलियास फौजी, कमलदीप सिंह एलियास दीप और मंगा सिंह, ये तीनों डिस्ट्रिक्ट भटिंडा के रहने वाले हैं। और इनके साथ दो और लोग सतपाल और साजन और ठाकुर, ये अभी एब्सकॉन्डिंग है। एक 30 बोर का वेपन रिकवर हुआ है और एक सफारी गाड़ी अभी रिकवर हुई है। इसमें जो देखने वाली बात है कि इस ग्रुप का किसी भी नॉन क्रिमिनल गैंग से कोई लिंक नहीं पाया गया और एक नया ही जिसका सूत्रधार ये बैठा हुआ यूएस बैठा हुआ आदमी था। और गिनता ये तकरीबन सभी जो एक्चुअल शूटर्स हैं इनकी ये 18-19 साल की 20 साल की एज ग्रुप के हैं। और ये जो हैंडलर्स थे इनकी एज ये अर्ली 30s में है, मैच्योर्ड एज ग्रुप के हैं। Jalandhar Rural Police has worked out the double murder case which took place in Nakodar on November 7th at around 8:30 p.m. With the arrest of 3 shooters involved in the case. The preliminary investigation has disclosed that extortion calls on November 1st and November 8th were made by one Amandeep Singh, who is sitting in Yuba City, California, and who's originally from village Malari, which is nearby in district Jalandhar. The key associate of Amandeep was Gurinder Singh Ginda, also resident of the same village, and these two were the masterminds of the plan, and they had engaged 5 other persons who ultimately who went in 2 motorcycles for the attack on Bhupinder Singh Timmy. Before the attack, recce was conducted by 2 persons, one Amrik Singh who is absconding and one Sajan, he is also absconding, both resident of district Bhatinda. One Scorpio car and one Safari car were used in the recce. The Safari car has been recovered. 3 30-bore pistols illegally sourced by Ginda were handed over to this module for executing the crime. The 5 persons involved in the shootout are Khushkaran Singh alias Fauji, Kamaldeep Singh alias Deep, Manga Singh, Satpal and Thakur. Out of these 5, 3 have been arrested. Khushkaran Singh Fauji, Kamaldeep Singh Deep and Manga Singh have been arrested. The 130-bore pistol has been recovered. Disclosure statement has disclosed that the 2 motorcycles have been thrown in a flowing canal and they are likely to be recovered soon. And one noteworthy thing about this module is that it is not connected to any organized criminal gang, and it seems to have, they have sort of hashed the plan by at their own level. And because I think they were located very close to the deceased, where the deceased was living, and so I'll request for any questions. सर, ये जो आपने बताया कि नया गैंग है, ये कुछ किसी के साथ संपर्क में थे या अपना प्राइमरी इन्वेस्टिगेशन में कुछ सामने आया कि अपना अभी से ये कुछ जमाना चाहते थे पंजाब में रंगदारी या टाइप इस तरह? ये नया, इसीलिए मैंने इनफैक्ट अपनी पिछली प्रेस कॉन्फ्रेंसों में भी कहा है कि लोगों को मैंने अपील करी थी कि आप खुल के सामने आए। आपको कॉल्स आती हैं, तकरीबन ये लोकल लोग होते हैं कि नाम ये दूसरे गैंगस्टर्स का ले लेते हैं। 90% ये जो कॉल्स हैं या फेक होती हैं या लोकल लोग होते हैं जो चाहते हैं कि चलो हम भी एक्सटॉर्शन कर लेंगे, वेरीफाई नहीं होता। गौरव जी, ਇਹ ਜਿਹੜਾ ਕਿ ਬਹੁਤ ਬਾਰ-ਬਾਰ ਗੱਲ ਆ ਰਹੀ, ਜਿਨ੍ਹਾਂ ਨੂੰ ਤੁਸੀਂ ਥ੍ਰੈਟ ਆਂਦੀ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ, ਉਹ ਸਿਕਿਉਰਿਟੀ ਦੇ ਵਿੱਚ ਹੀ ਜਿਹੜੀ ਵਾਰਦਾਤ ਹੁੰਦੀ ਹੈ ਤੇ ਕਈ ਘਟਨਾ ਵਾਪਰੀਆਂ ਨੇ ਤੇ ਉਹ ਕਾਮਯਾਬ ਹੋਏ ਨਹੀਂ। ਜਿਸ ਤਰ੍ਹਾਂ ਇਹ ਗੈਂਗ ਹੈਗੇ ਨੇ, ਇਹ ਗੈਂਗ ਦੀ ਆਪੋਜ਼ਿਟ ਜੋ ਵੀ ਇਹਨਾਂ ਦੀ ਪਿੱਛੇ ਨਵਾਂ ਗੈਂਗ ਹੈ, ਲੇਕਿਨ ਤੁਸੀਂ ਕਿਵੇਂ ਟੈਕਲ ਕਰੋਗੇ? ਆਪਾਂ ਥ੍ਰੈਟ ਆਉਂਦੀ ਹੈ, ਅਸੀਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ, ਉਹ ਤੋਂ ਬਾਅਦ ਕਿੱਥੇ ਕੋਈ ਕਮੀ ਰਹਿੰਦੀ, ਕਿੱਥੇ ਕਰਕੇ ਉਹ ਨਾ ਵਾਰਦਾਤ ਕਰ ਦਿੰਦੇ ਜਾਂ ਆਪਾਂ ਕੁਝ ਟਰੈਕ ਕਰਨ ਚ ਆਪਾਂ ਨਹੀਂ। ਤੁਹਾਡੀ ਗੱਲ ਠੀਕ ਹੈ ਜੀ। ਮੈਂ ਇਸ ਤੇ ਕਲੈਰੀਫਾਈ ਕਰਦਾ ਬਾਜਵਾ ਜੀ ਕਿ ਦੇਖੋ, ਸਭ ਤੋਂ ਪਹਿਲਾਂ ਤਾਂ ਇਸ ਪਾਰਟਿਕੂਲਰ ਕੇਸ ਦੀ ਗੱਲ ਕਰੋ ਤਾਂ ਬਹੁਤ ਬਹਾਦਰੀ ਤੇ ਹਿੰਮਤ ਨਾਲ ਉਸਨੇ ਮੁਕਾਬਲਾ ਕੀਤਾ। ਰੈਦਰ ਇਹਨਾਂ ਨੇ, ਮੈਂ ਦੱਸਾਂਗਾ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਹੋਰ ਡਿਟੇਲਸ ਦੱਸਣਗੇ ਕਿ ਇਹਨਾਂ ਨੂੰ ਸਪੈਸੀਫਿਕ ਇੰਸਟਰਕਸ਼ਨਸ ਸੀ ਕਿ ਪੁਲਿਸ ਨਾਲ ਹੋਵੇ ਤੇ ਪੁਲਿਸ ਤੇ ਗੋਲੀ ਨਹੀਂ ਚਲਾਣੀ ਹੈ, ਕਿਉਂਕਿ ਫਿਰ ਪੰਗਾ ਵੱਧ ਜਾਏ। ਪਰ ਇਹ ਜਿਹੜੇ ਮੁਲਜ਼ਮ ਹੈਗੇ, ਇਹਨਾਂ ਨੇ ਕਿਹਾ ਕਿ ਵੀ ਚੂੰਕਿ ਸਾਡੇ ਤੇ ਗੋਲੀਆਂ ਚੱਲ ਰਹੀਆਂ ਸੀ, ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ। ਸੋ ਇਨ ਦਿਸ ਪਾਰਟਿਕੂਲਰ ਕੇਸ ਇੱਕ ਬਹੁਤ ਡਟ ਕੇ ਮੁਕਾਬਲਾ ਕੀਤਾ ਗਿਆ ਤੇ ਸਰਟਨ ਅਦਰ, ਮੈਂ ਜਨਰਲਾਈਜ਼ ਨਹੀਂ ਕਰ ਰਹਾ, ਕਿਤੇ ਪੁਲਿਸ ਦੇਰ ਹੈਵ ਬੀਨ ਪੁਲਿਸ ਹੈਜ਼ ਨਾਟ ਬੀਨ ਅਪ ਟੂ ਦਾ ਮਾਰਕ। ਕਈ ਕੇਸਾਂ 'ਚ ਕਾਫੀ ਅੱਛਾ ਐਕਸ਼ਨ ਹੋਇਆ। ਅਸੀਂ ਓਵਰਆਲ ਮੈਂ ਬਹੁਤ ਜ਼ਿਆਦਾ, ਕਿਉਂਕਿ ਸਿਕਿਉਰਿਟੀ ਨਹੀਂ ਜੀ, ਨਹੀਂ, ਮੈਨੂੰ ਗੱਲ ਬਾਜਵਾ ਜੀ, ਮੈਂ ਅਸੀਂ ਇਹਦੇ ਵਿੱਚ ਨਾ ਬੇਸਿਕਲੀ ਜਿਹੜੇ ਦੇਖੋ ਇਹਦੇ 2 ਤਰੀਕੇ ਹੈਗੇ। ਇੱਕ ਤੇ ਪ੍ਰੋਐਕਟਿਵ ਪੁਲਿਸਿੰਗ ਨਾਲ ਜਿਹੜੀਆਂ, ਤਾਂ ਹੀ ਮੈਂ ਜਦੋਂ ਇਹ ਗੱਲ ਸ਼ੁਰੂ ਹੁੰਦੀ ਹੈ, ਜਦੋਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਹੈ, ਲੋਕਾਂ ਤੋਂ ਸਾਨੂੰ ਰਿਪੋਰਟਿੰਗ ਹੁੰਦੀ ਕਾਲਾਂ ਦੀ, ਉਸ ਤੋਂ ਬਾਅਦ ਇਹਨੂੰ ਟੈਕਨੀਕਲ ਤੌਰ ਤੇ ਇਨਵੈਸਟੀਗੇਟ ਕਰਕੇ ਕਿ
ਕਾਲਾਂ ਜਿਹੜੀਆਂ ਟਰੇਸ ਕਰਨੀ ਚਾਹੀਦੀਆਂ। ਅਸੀਂ ਕਈ ਗੈਂਗਸ ਇਦਾਂ ਦੇ, ਤੁਹਾਨੂੰ ਯਾਦ ਹੈ ਅੰਮ੍ਰਿਤਸਰ ਦੇ ਵਿੱਚ ਕੁਝ ਡਾਕਟਰ ਸੀਗੇ, ਉਹਨਾਂ ਨੂੰ ਐਕਸਟੋਰਸ਼ਨ ਕਾਲਸ ਆ ਰਹੀਆਂ ਸੀ, ਅਸੀਂ ਟਰੇਸ ਕੀਤਾ ਤੇ ਉਹ ਬਿਹਾਰ ਤੋਂ ਕਾਲ ਆ ਰਹੀ ਸੀ। ਮੈਂ ਐਗਜ਼ਾਮਪਲ ਦੇ ਰਿਹਾ। ਸੋ ਦਾ ਥਿੰਗ ਇਜ਼ ਕਿ ਇਹਨਾਂ ਨੂੰ, ਤੁਹਾਡੀ ਗੱਲ ਠੀਕ ਹੈ ਕਿ ਅਸੀਂ ਹਰ ਬੰਦੇ ਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾ ਸਕਦੀ ਹੈ। ਇਸ ਨੂੰ ਟਰੇਸ, ਹਰ ਜਿਹੜਾ ਕੇਸ ਰਿਪੋਰਟ ਹੋਵੇ ਉਹ ਟਰੇਸ ਕੀਤਾ ਜਾਵੇ, ਬੰਦੇ ਫੜੇ ਜਾਣ, ਸੋ ਦੈਟ ਡੈਟਰੈਂਸ ਇਜ਼ ਦੇਅਰ ਕਿ ਇਹ ਜਿਹੜੇ ਕਾਲ ਕਰਨਗੇ ਉਹਨਾਂ ਦੀ ਖੈਰ ਨਹੀਂ, ਦੇ ਵਿਲ ਬੀ ਡੈਲਟ ਸਟ੍ਰਿਕਟਲੀ ਐਸ ਪਰ ਲਾਅ। ਸਰ ਡੀਜੀ ਸਾਹਿਬ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦੋਨਾਂ ਦਾ ਪਿੰਡ ਸੇਮ ਸੀਗਾ, ਇਹ ਕਿਹੜਾ ਪਿੰਡ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਉੱਥੇ ਯੂਐਸ ਵਿੱਚ ਕੋਈ ਗੱਲ ਹੁੰਦੀ ਹੈ ਜੀ ਇਹਨਾਂ ਦੀ ਆਪਸ ਦੇ ਵਿੱਚ? ਨਹੀਂ, ਪਿੰਡ ਸੇਮ ਨਹੀਂ ਸੀਗਾ, ਨੇੜੇ ਦੇ ਪਿੰਡ ਦਾ ਸੀ। ਮਤਲਬ ਇਹ ਜਿਹੜੀ ਹਾਲੇ ਇਨਵੈਸਟੀਗੇਸ਼ਨ, ਕਿਉਂਕਿ ਉਹ ਨਕੋਦਰ ਚ ਸੀਗੇ ਜਿਹੜੇ ਡਿਸੀਜ਼ਡ ਟਿਮੀ ਜੀ ਸੀਗੇ, ਤੇ ਇਹਨਾਂ ਦਾ ਪਿੰਡ ਨਕੋਦਰ ਦੇ ਨੇੜੇ। ਤੁਸੀਂ ਬੋਲੋ। ਇਹ ਜਿਹੜੇ ਨਕੋਦਰ ਪਿੰਡ ਜਿਹੜਾ ਮਾਲੜੀ ਜਿਹੜਾ ਹੈਗਾ, ਇਹ ਮਾਲੜੀ ਪਿੰਡ ਇੱਕ ਬੜਾ ਵੱਡਾ ਗੁਰਦੁਆਰਾ ਸਾਹਿਬ ਹੈਗਾ, ਉੱਥੇ ਟਿੰਮੀ ਜਿਹੜਾ ਹੈਗਾ ਰੈਗੂਲਰਲੀ ਉੱਥੇ ਜਾਂਦਾ ਸੀਗਾ। ਇਹਦੇ ਕੋਲ ਗੱਡੀਆਂ ਵੀ 2-3 ਸੀਗੀਆਂ ਤੇ ਉਹਨੇ ਤੈਅ ਕੀਤਾ ਹਰ ਗੱਡੀ ਦਾ ਨੰਬਰ 25 ਨੰਬਰ ਗੱਡੀ ਯੂਜ਼ ਕਰਦਾ ਸੀਗਾ। ਤੇ ਉਹਨੂੰ ਲੱਗਾ ਕਿ ਇਹ ਸਾਮੀ ਵੱਡੀ ਹੋ ਸਕਦੀ ਹੈ, ਕਦੀ ਸਥਾਰ ਤੇ ਆਉਂਦਾ ਸੀ, ਕਦੀ ਆਪਣੀ ਪੁਰਾਣੀ ਮਰਸੀਡੀਜ਼ ਸੀ ਇਹਦੇ ਕੋਲ, ਤੇ ਉਹ 25 ਕਰਕੇ ਉਹਨਾਂ ਨੇ ਇਹਨੂੰ ਟਾਰਗੇਟ ਬਣਾ ਲਿਆ। ਦਿਸ ਵਾਸ ਦ ਰੀਜ਼ਨ। ਕਈ ਕੇਸਿਸ ਇਸ ਤਰ੍ਹਾਂ ਦੇ ਦੇਖੇ ਗਏ ਨੇ ਕਿ ਵੱਡੇ ਜਿਹੜੇ ਕਾਰੋਬਾਰੀ ਨੇ, ਰਸੂਖਦਾਰ ਨੇ ਜਾਂ ਫਿਰ ਵੱਡੇ ਜਿਹੜੇ ਹੈਗੇ, ਉਹਨਾਂ ਨੂੰ ਇਸ ਤਰ੍ਹਾਂ ਦੀ ਕਾਲ, ਜਿਹੜੀ ਥ੍ਰੈਟ ਕਾਲਸ ਆਉਂਦੀ। ਹਾਲਾਂਕਿ ਤੁਸੀਂ ਵੀ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਚੀਜ਼ਾਂ ਆਏ ਜਾਂ ਫਿਰ ਕਾਲਸ ਆਏ ਜਾਂ ਫਿਰ ਵਿਦੇਸ਼ੀ ਨੰਬਰਾਂ ਤੋਂ ਕਾਲਸ ਆਏ, ਉਹਨਾਂ ਨੂੰ ਤੁਸੀਂ ਜਲਦ ਤੋਂ ਜਲਦ ਕਰਾਓ। ਲੇਕਿਨ ਇਹ ਕਈ ਵਾਰ ਹੁੰਦਾ ਹੈ ਕਿ ਲੋਕੀ ਕਈ ਵਾਰ ਡਰ ਕੇ ਨਹੀਂ ਦੱਸਦੇ, ਜਾਂ ਇਸ ਤਰ੍ਹਾਂ ਦਾ ਜਿਹੜੇ ਕੋਈ ਹੋ ਰਿਹਾ ਲਾਅ ਐਂਡ ਆਰਡਰ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਪੰਜਾਬ 'ਚ ਚੱਲ ਰਹੀ ਹੈ, ਯੂ ਨੋ ਬੈਟਰ, ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਜ਼ਰੂਰ ਜਿਹੜਾ ਇਸ ਤਰ੍ਹਾਂ ਦੇਖਣ ਨੂੰ ਮਿਲਦਾ। ਦੇਖੋ, ਅਸੀਂ ਮੈਂ ਕਹਿੰਦਾ ਅਪੀਲ ਕਰਦਾ ਵੀ ਲੋਕਾਂ ਦੇ ਨਾਲ ਅਸੀਂ ਮਿਲ ਕੇ ਇਸ ਮਾਹੌਲ ਨੂੰ ਸੁਖਾਵਾਂ ਬਣਾਵਾਂਗੇ ਕਿ ਪੀਪਲ ਸ਼ੁੱਡ ਹੈਵ ਦਾ ਕੌਨਫੀਡੈਂਸ ਟੂ ਕਮ ਐਂਡ ਰਿਪੋਰਟ ਟੂ ਦਾ ਪੁਲਿਸ। ਹਰ ਕੇਸ ਦੇ ਵਿੱਚ ਅਸੀਂ ਐਕਸ਼ਨ ਲਾਂਗੇ ਤੇ ਜਿਹੜਾ ਬੰਦਾ ਵੀ ਕਾਲ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਗੌਰਵ ਤੁਸੀਂ ਬਹੁਤ ਖਬਰੀਆਂ ਕਰ ਰਹੇ ਹੋ, ਰਿਵਾਲਵਰ ਤੇ ਪਿਸਟਲ ਤੁਸੀਂ ਕਵਰ ਕਾਫੀ ਕਰ ਰਹੇ ਹੋ, ਰੂਟੀਨ ਚ ਕਰਦੇ ਵੀ ਆ ਰਹੇ ਹੋ। ਇਹ ਕੀ ਕਾਰਨ ਹੈ ਕਿ ਜਿਹੜਾ ਇਹਨਾਂ ਨੂੰ ਈਜ਼ੀ ਅਪਰੋਚ ਹੋ ਰਹੀ ਹੈ, ਜਿਹੜੇ ਇਲੀਗਲ ਵੈਪਨ ਦੇ ਕੋਲ ਜਾਣਾ, ਕਿਹੜੀ ਮਾਰਕੀਟ ਇਦਾਂ ਦੀ ਹੈ ਇਹ ਜਿਹਨੂੰ ਜੇ ਨਵੇਂ ਗੈਂਗ ਹੈ ਇਹਨਾਂ ਕੋਲ ਵੈਪਨ ਵੀ ਜਾਂ ਜਿਹੜੇ ਕੋਈ ਵੀ ਆਂਦਾ ਈਜ਼ੀ ਵੈਪਨ ਤੋਂ ਰੀਚ ਹੈਗੀ ਨਾ, ਕਿਉਂ ਕਿੱਦਾਂ ਹੋ ਰਿਹਾ? ਦੇਖੋ ਜੀ, ਬੇਸਿਕਲੀ ਦੋ ਰੀਜ਼ਨਸ ਹੈਗੇ। ਇੱਕ ਤੇ ਜਿਵੇਂ ਅਸੀਂ ਗੱਲ ਕਰੀਏ 2019 ਦੇ ਵਿੱਚ ਜਦੋਂ ਡਰੋਨਸ ਸ਼ੁਰੂ ਹੋਏ ਸੀਗੇ, ਵੀ 3-4 ਦਿਨਾਂ 'ਚ 5 ਦਿਨਾਂ ਬਾਅਦ ਇੱਕ ਡਰੋਨ ਆਂਦਾ ਸੀ। ਹੁਣ ਤਕਰੀਬਨ ਹਰ ਦਿਨ ਇੱਕ ਡਰੋਨ ਆਂਦਾ। ਇਸ ਸਾਲ ਹੀ 250 ਤੋਂ ਵੱਧ ਡਰੋਨ ਕ੍ਰਾਸਿੰਗਸ ਹੋ ਗਈਆਂ। ਇੱਕ ਪਾਕਿਸਤਾਨ ਤੋਂ ਜਿਹੜੇ ਵੈਪਨਸ ਆਂਦੇ, ਨਾਰਮਲੀ ਦੇ ਗੋ ਟੂ ਟੈਰਰਿਸਟ ਜਾਂ ਜਿਹੜੇ ਗੈਂਗਸਟਰਸ ਹੈਗੇ, ਜਿਹੜੇ ਟੈਰਰਿਜ਼ਮ ਦੇ ਵਿੱਚ ਹੈਗੇ, ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਹੈ। ਮੋਸਟਲੀ ਮੱਧ ਪ੍ਰਦੇਸ਼ ਹੈਜ਼ ਬੀਨ ਅ ਬਿਗ ਸੈਂਟਰ। ਅਸੀਂ 80 ਵੈਪਨ ਰਿਕਵਰ ਕੀਤੇ, ਕਿਤੇ 60 ਵੈਪਨ ਰਿਕਵਰ ਕੀਤੇ। ਤੇ ਇਲੀਗਲ ਵੈਪਨ ਜਿਹੜੇ ਇੰਡੀਆ ਦੇ ਵਿੱਚ ਬਣ ਰਹੇ ਉਹ ਵੀ ਯੂਜ਼ ਹੁੰਦੇ ਆ। ਈਵਨ ਲਾਇਸੈਂਸਡ ਵੈਪਨਸ ਆਰ ਬੀਇੰਗ ਯੂਜ਼ਡ। ਸਰ ਤਰਨਤਾਰਨ ਦਾ ਜਿਹੜਾ ਗੱਲ ਕਰ ਰਹੇ ਸਰ, ਤਰਨਤਾਰਨ ਹਮਲੇ ਸਰ ਉਹਦੇ 'ਚ ਕੋਈ ਡਿਵੈਲਪਮੈਂਟ ਹੋਈ? ਤਰਨਤਾਰਨ ਦੇ ਸਰਹਾਲੀ ਥਾਣੇ ਤੇ ਡਿਵੈਲਪਮੈਂਟ ਕਿਸੇ ਤਰ੍ਹਾਂ ਦੀ ਕੋਈ ਜਿਹੜਾ How many arrested and who is the mastermind? In this, there have been 3 arrests: Khushkaran, Kamaldeep and Manga. The mastermind is Amandeep. RPG attack ਦੇ ਵਿੱਚ ਦੇਖੋ ਜੀ, RPG ਅਟੈਕ ਦੇ ਵਿੱਚ I would ਮਤਲਬ ਤੁਹਾਨੂੰ ਨਾ ਛੇਤੀ ਮਿਲਣ ਦਾ ਮੌਕਾ ਮਿਲੂਗਾ। ਸੋ ਉਸ ਤੇ ਵੱਖਰੀ ਪ੍ਰੈਸ ਕਾਨਫਰੰਸ ਕਰਾਂਗੇ ਜੀ। ਅਜੇ ਤੱਕ ਸਰ ਕੀ ਡਿਵੈਲਪਮੈਂਟ ਹੈ ਉਹਦੇ ਵਿੱਚ? ਬਹੁਤ ਅਚੀਵਮੈਂਟ ਹੈ, ਤੁਸੀਂ ਬੜੇ ਦਿਨਾਂ 'ਚ ਫੜਦੇ ਹੋ, ਪਰ ਲੇਕਿਨ ਇਹਨਾਂ ਸਭ ਚਾਹੁੰਦੇ ਨੇ ਨਹੀਂ, ਮੈਂ ਬੇਨਤੀ ਕਰਦਾ ਨਹੀਂ, ਮੈਂ ਇਹਨਾਂ ਦਾ ਆਰਪੀਜੀ ਦੇ ਅਟੈਕ ਜਿਹੜਾ ਹੋਇਆ ਹੈ, ਆਰਪੀਜੀ ਅਟੈਕ, ਇਹ ਜਿਹੜਾ ਤੁਸੀਂ ਇਹਨੂੰ ਜਿਹੜੇ ਬੰਦੇ ਸੁਖਬੀਰ ਜੀ, ਇਨਵੈਸਟਮੈਂਟ ਕਿਹੜਾ ਹੈਗਾ? ਮੈਂ ਦੱਸਦਾ। ਦੇਖੋ ਜੀ, ਦੇਖੋ ਮੇਰੀ ਜਿਹੜੀ ਸਰਹਾਲੀ ਆਰਪੀਜੀ ਹੈਗੀ ਨੇ, ਮੈਨੂੰ ਬੋਲਣ ਦਿਓ ਸੁਖਬੀਰ ਜੀ। ਦੇਖੋ ਜੀ, ਮੈਂ ਦੁਬਾਰਾ ਤੁਹਾਨੂੰ ਲੈ ਕੇ ਜਾਵਾਂਗਾ। ਜਿਹੜੀ ਮੇਰੀ ਸਰਹਾਲੀ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਮੈਂ 2 ਗੱਲਾਂ ਕਹੀਆਂ ਸੀ। ਅਸੀਂ ਜਿਵੇਂ ਨਾ ਸਾਡੇ ਜਿਵੇਂ ਐਕਰੋਨਿਮਸ ਹੁੰਦੇ ਆ, ਮੈਂ 2 ਐਕਰੋਨਿਮ ਯੂਜ਼ ਕੀਤੇ ਸੀ ਵੀ PIO ਐਂਡ PKEs। PIO ਹੁੰਦੇ ਜੀ ਪਾਕਿਸਤਾਨ ਇੰਟੈਲੀਜੈਂਸ ਆਫਿਸਰ ਨੂੰ ਅਸੀਂ PIO ਕਹਿੰਦੇ ਆ, ਜਿਹੜੇ ਪਾਕਿਸਤਾਨ 'ਚ ਬਹਿ ਕੇ ਜਿਹੜੇ ਹੈਗੇ ਅੱਗੇ ਕੰਟਰੋਲ ਕਰਦੇ ਆ, ਜਿਹੜੇ ਮੋਡਿਊਲ ਯੂਰਪ 'ਚ, ਨਾਰਥ ਅਮਰੀਕਾ 'ਚ ਬੈਠੇ, ਉਹਨਾਂ ਨੂੰ ਅਸੀਂ PKE ਕਹਿੰਦੇ ਆ, ਪ੍ਰੋ ਖਾਲਿਸਤਾਨੀ ਐਲੀਮੈਂਟਸ। ਸੋ ਪ੍ਰੋ ਖਾਲਿਸਤਾਨੀ ਐਲੀਮੈਂਟਸ ਉਹ ਆਪਾਂ ਹੈਂਡਲਰ ਕਹਿ ਦਿੰਦੇ ਕਾਮਨ ਟਰਮੀਨੋਲੋਜੀ 'ਚ, ਵੀ ਉਹਨਾਂ ਨੂੰ ਆਰਡਰ ਆਂਦਾ ਪਾਕਿਸਤਾਨ ਤੋਂ। ਉਹ ਉਰੇ ਜਿਹੜੇ ਮੋਡਿਊਲ ਆਪਰੇਟਰਸ ਜਿਹੜੇ ਇੱਥੇ ਹੈਗੇ, ਯੰਗ ਪੀਪਲ ਮਿਸਗਾਈਡਡ ਜਾਂ ਇਹਨਾਂ ਨੂੰ ਪੈਸਿਆਂ ਦਾ ਉਹ ਪ੍ਰਲੋਭਨ ਦੇ ਕੇ ਉਹਨਾਂ ਤੋਂ ਇਹ ਆਪਰੇਸ਼ਨ ਕਰਾਉਂਦੇ ਆ। ਜਿਹੜਾ ਹਾਰਡਵੇਅਰ ਹੈਗਾ ਉਹ ਇੰਟਰਨੈਸ਼ਨਲ ਬਾਰਡਰ ਤੋਂ ਆ ਜਾਂਦਾ ਤੇ ਉਸ ਤੇ ਸਾਡੀ ਕਾਫੀ ਪ੍ਰੋਗਰੈਸ ਹੋਈ ਹੈ, ਬਟ ਇਨਵੈਸਟੀਗੇਸ਼ਨ ਐਡਵਾਂਸ ਸਟੇਜ ਤੇ। ਸੋ ਛੇਤੀ ਅਸੀਂ ਤੁਹਾਡੇ ਨਾਲ ਰਾਬਤਾ ਕਰਾਂਗੇ। With the role providing logistics and bike. And is the mastermind identified? Who is the mastermind behind this? Either Pakistan or in Canada? Mastermind is identified, but I cannot speak on that. Because anything that compromises national security, मैं उस पे ਗੱਲ नहीं करूँगा।
ਜੀ ਸਾਰੇ ਦੇਖੋ ਇਹ ਉਹਨਾਂ ਨੇ ਟਾਰਗੇਟ ਦੇਖੋ ਚੁਣਿਆ ਕਿਉਂ, ਕਿਉਂਕਿ ਦੇਖੋ ਕਿੱਥੇ ਪਹਿਲਾਂ ਮੋਹਾਲੀ, ਫਿਰ ਤੁਸੀਂ ਤਰਨਤਾਰਨ ਚਲੇ ਗਏ, ਫਿਰ ਬਾਰ-ਬਾਰ ਆ ਰਹੀ ਆਰਪੀਜੀ, ਕਿਉਂਕਿ ਵਨ ਟਾਈਮ ਤੁਸੀਂ ਯੂਜ਼ ਤੋਂ ਪੜ੍ਹਦੇ ਪਿਆ ਸੋਸ਼ਲ ਮੀਡੀਆ ਤੇ, ਵਨ ਟਾਈਮ ਯੂਜ਼ ਹੁੰਦਾ ਹੈ। ਸਰ ਕੌਣ ਇਹ ਕਿੱਦਾਂ ਦੀ ਵੈਪਨ, ਉਹ 3 ਨੇ 4 ਹੈ, ਕਿਉਂਕਿ ਪਹਿਲਾਂ ਕਿਹਾ ਸੀ 4-5 ਅਵੇਲੇਬਲ ਨੇ ਜੋ ਆ ਚੁੱਕੇ ਨੇ, ਹੁਣ ਚੱਕ ਯੂਜ਼ ਹੋ ਗਏ 2 ਹੋ ਗਏ ਸਰ। ਇਦਾਂ ਦੇ ਹੋਰ ਵੀ ਜਿਹੜੇ ਪੱਕੇ ਹੈਗੇ ਨੇ ਕਿ ਬਾਕੀ 4 ਨੇ 5 ਨੇ ਜਾਂ ਕੁਝ ਸਰ ਗਵਰਨਮੈਂਟ ਦੀ ਬਿਲਡਿੰਗਾਂ ਨੂੰ ਇਸਤੇਮਾਲ ਕਰਦੇ। ਦੇਖੋ ਜੀ, ਮੈਂ ਤੇ ਕਿਹਾ ਸੀਗਾ ਵੀ ਬੁਜ਼ਦਿਲੀ ਹੈਗੀ, ਤੁਸੀਂ ਅੱਧੀ ਰਾਤ ਨੂੰ ਲੁੱਕ ਕੇ ਕਿਤੇ ਆਰਪੀਜੀ ਸਾਹਮਣੇ ਤੇ ਆਓ ਨਾ ਜੀ। ਸਰ ਇੱਕ ਮੋਗਾ ਤੋਂ ਸੀਸੀਟੀਵੀ ਆ ਰਹੀ ਹੈ ਸਾਹਮਣੇ, ਉੱਤੇ ਇੱਕ ਵਪਾਰੀ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ, ਐਕਸਟੋਰਸ਼ਨ ਮੰਗੀ ਜਾਂਦੀ ਹੈ ਉਹ ਤੋਂ। ਉਸ ਤੋਂ ਬਾਅਦ ਉਹ ਸੀਸੀਟੀਵੀ ਦੇ ਵਿੱਚ ਬਲੈਰੋ ਗੱਡੀ ਪੁਲਿਸ ਦੀ ਖੜੀ ਹੈ, ਇੱਕ ਸਿਕਿਉਰਿਟੀ ਗਾਰਡ ਵੀ ਗਨਮੈਨ ਵੀ ਖੜਾ ਹੈਗਾ, ਪਰ ਸ਼ੂਟਰ ਆਉਂਦੇ ਨੇ, ਨਾਲੇ ਉਹ ਖੜਾ ਸਿਕਿਉਰਿਟੀ ਗਾਰਡ, ਪਰ ਉਹ ਸ਼ੂਟਰ ਆਉਂਦੇ ਨੇ ਤੇ ਫਾਇਰ ਕਰਕੇ ਕੋਠੀ ਦੇ ਉੱਪਰ ਉਹ ਚਲੇ ਜਾਂਦੇ ਨੇ ਤੇ ਕੋਈ ਵੀ ਐਫਰਟ ਨਹੀਂ ਲਈ ਜੀ। ਤਾਂ ਤੁਹਾਨੂੰ ਕੀ ਲੱਗਦਾ ਪ੍ਰੋਐਕਟਿਵ ਨਹੀਂ ਹੋਣਾ ਚਾਹੀਦਾ ਜਿਸ ਹਿਸਾਬ ਨਾਲ ਇਹਨੇ ਮੋਡਰੇਟਰ? ਨਹੀਂ, ਬਿਲਕੁਲ ਠੀਕ ਹੈ ਜੀ, ਸਾਨੂੰ ਪ੍ਰੋਐਕਟਿਵ ਸਾਡੀ ਇਹੀ ਕੋਸ਼ਿਸ਼ ਹੈ ਰੈਦਰ ਨਾ ਜੀ, ਅਸੀਂ ਇਹਨਾਂ ਨੋ ਜੀ। ਦੇਖੋ ਜੀ, ਗਨਮੈਨ ਨੇ ਕੋਈ ਇਹ ਨਹੀਂ ਕੀਤਾ ਕਿ ਕੁਝ ਦੇਖੇ ਕੋਈ ਭੱਜੇ ਜਾਂ ਕੋਈ ਹਵਾਈ ਫਾਇਰਿੰਗ ਕਰਦੇ, ਕੁਝ ਨਹੀਂ, ਔਰ ਨਾਰਮਲ ਖੜਾ ਹੈ ਤੇ ਉਵੇਂ ਹੀ ਫਾਇਰ ਮਾਰ ਕੇ ਉਹ ਤੱਕ ਕਾਰਵਾਈ ਨਹੀਂ ਹੋਈ ਪਈ। ਦੇਖੋ ਜੀ, ਸਿਕਿਉਰਿਟੀ ਮੈਟਰਸ ਨੂੰ ਅਸੀਂ ਪਬਲਿਸਾਈਜ਼ ਨਹੀਂ ਕਰਦੇ, ਅਦਰਵਾਈਜ਼ ਅਸੀਂ ਬਹੁਤ ਵੱਡੀ ਐਕਸਰਸਾਈਜ਼ ਕੀਤੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਕਿ ਅਸੀਂ ਇੱਕ ਤੇ ਜਿਹੜੇ ਸਿਕਿਉਰਿਟੀ ਡਿਊਟੀ ਤੇ ਮੁਲਾਜ਼ਮ ਸਾਡੇ ਲੱਗੇ ਹੈ, ਇਹਨਾਂ ਦੀ ਏਜ ਪ੍ਰੋਫਾਈਲ ਘਟਾਉਣ ਲਈ ਅਸੀਂ ਜਿਹੜੀ ਯੰਗਰ ਸਾਡੀ ਫੋਰਸ ਹੈਗੀ, ਅਸੀਂ ਰੋਟੇਸ਼ਨ ਕਾਫੀ ਕੀਤੀ ਹੈ। ਸੈਕੰਡਲੀ, ਅਸੀਂ ਸਾਰਿਆਂ ਦੀ 100% ਦੀ ਫਾਇਰਿੰਗ ਕਰਾ ਰਹੇ ਹੈਗੇ, ਫਾਇਰਿੰਗ ਪ੍ਰੈਕਟਿਸ ਕਰਾ ਰਹੇ ਹੈਗੇ, ਇਹਨਾਂ ਦੇ ਵੈਪਨਸ ਦੀ ਇਨਸਪੈਕਸ਼ਨ ਕਰਾ ਕੇ ਵੈਪਨਸ ਅਸੀਂ ਰਿਪਲੇਸ ਕਰ ਰਹੇ ਹੈਗੇ ਤੇ ਕਾਫੀ ਇੰਪਰੂਵਮੈਂਟ ਹੋਈ ਹੈਗੀ। ਤੇ ਜਿੱਥੇ ਵੀ ਸਾਨੂੰ ਵੀਕਨੈਸ ਲੱਗਦੀ ਅਸੀਂ ਕਾਰਵਾਈ ਕਰਾਂਗੇ। ਦੇਖੋ ਜਿੱਥੇ ਹੁਣ ਦੇਖੋ ਚੰਗਾ ਕੰਮ ਮਨਦੀਪ ਨੇ ਚੰਗਾ ਕੰਮ ਕੀਤਾ, ਬਹੁਤ ਦਿਲੇਰੀ ਨਾਲ ਇਹਨੇ ਮੁਕਾਬਲਾ ਕੀਤਾ। ਗੋਲਡੀ ਫੜਿਆ ਗਿਆ, ਕੀ ਸਟੇਟਸ ਹੈ ਉਸਦਾ? ਕਿ ਨੋ ਕਮੈਂਟਸ ਔਨ ਗੋਲਡੀ ਬਰਾੜ। ਸਰ ਪੁਲਿਸ ਚੌਂਕੀ ਸਟੇਸ਼ਨ ਨੇ ਸਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਤੋੜਫੋੜ ਹੋਈ ਹੈ ਕੁਰਸੀਆਂ ਦੀ, ਔਰ ਅੱਜ ਕੁਝ ਉੱਥੇ ਇੱਕ ਮਿੰਟ ਸਰ ਅੰਮ੍ਰਿਤਪਾਲ ਇਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਹੁਣ ਜਿਹੜਾ ਗੁਰਦੁਆਰਾ ਸਾਹਿਬ 'ਚ ਜਿਹੜੀ ਵੀ ਚੀਜ਼ਾਂ ਹੋਈ ਹੈ, ਤਾਂ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਹੋ? ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਵੇਖਦੇ ਹੋਏ ਕਿਤੇ ਨਾ ਕਿਤੇ ਕੰਪਲੇਂਟਸ ਵੀ ਹੋਈ ਹੈ ਕਿ ਗੁਰਦੁਆਰੇ ਸਾਹਿਬ 'ਚ ਜਿਹੜੀ ਵੀ ਬੈਂਚਿਸ ਨੇ, ਜਿਹੜੀ ਕੁਰਸੀਆਂ ਨੇ, ਉਹਨਾਂ ਨੂੰ ਜਲਾ ਕੇ। ਦੇਖੋ ਜੀ, ਮੈਂ ਪਹਿਲੇ ਵੀ ਮੇਰਾ ਇਹੀ ਬੜਾ ਕਲੀਅਰ ਵਿਊ ਸੀ ਕਿ ਮੈਂ ਮਾਈਕਰੋ ਪੋਲਿਸਿੰਗ ਨਹੀਂ ਕਰਨੀ ਸਾਡੇ ਵੱਲੋਂ। ਯਾਰ ਬੋਲਣ ਤੇ ਦੋ ਨਾ ਜੀ, ਬਾਜਵਾ ਸਾਹਿਬ ਬੋਲਣ ਦੋ ਨਾ ਜੀ। ਮਾਈਕਰੋ ਪੁਲਿਸਿੰਗ ਨਹੀਂ ਕਰਨੀ ਕਿ ਜੇ ਹੁਣ ਮਤਲਬ ਸਾਡੇ ਇੱਕ ਪੁਰਾਣੇ ਡੀਜੀਪੀ ਸਾਹਿਬ ਸੀ, ਕਹਿੰਦੇ ਵੀ ਪੰਜਾਬ 'ਚ 400 ਥਾਣੇ ਹੈਗੇ ਤੇ ਮੈਂ 400 ਥਾਣਿਆਂ ਦਾ ਐਸਐਚਓ ਹੈਗਾ। ਸੋ ਸਾਡੇ ਵੱਲੋਂ ਪਾਲਿਸੀ ਡਾਇਰੈਕਸ਼ਨਸ ਆਰ ਵੈਰੀ ਕਲੀਅਰ ਕਿ ਜਿੱਥੇ ਲਾਅ ਦੀ ਵਾਇਲੇਸ਼ਨ ਹੁੰਦੀ ਹੈ ਉੱਥੇ ਐਪਰੋਪ੍ਰੀਏਟ ਐਕਸ਼ਨ ਕਿਹਾ ਜਾਵੇ। ਹੁਣ ਇਸ ਕੇਸ ਦੇ ਵਿੱਚ ਜੇ ਸੀਪੀ ਜਲੰਧਰ ਨੂੰ ਐਪਲੀਕੇਸ਼ਨ ਦਿੱਤੀ ਗਈ ਹੈਗੀ, ਸੀਪੀ ਜਲੰਧਰ ਵਿਲ ਟੇਕ ਐਪਰੋਪ੍ਰੀਏਟ ਲੀਗਲ ਐਕਸ਼ਨ। ਅੱਜ ਵੀ ਇੱਕ ਇਨਸੀਡੈਂਟ ਹੋਇਆ ਹੈ, ਉਹਦੇ ਤੇ ਵੀ ਵਾਟ ਐਵਰ ਐਕਸ਼ਨ ਇਜ਼ ਮੇਡ ਆਊਟ ਐਸ ਪਰ ਲਾਅ ਵਿਲ। ਦੇਖੋ ਅਸੀਂ ਕਿਸੇ ਦੇ ਅਗੇਂਸਟ ਨਹੀਂ ਹੈਗੇ, ਅਸੀਂ ਕਿਸੇ ਦੇ ਫੇਵਰ 'ਚ ਨਹੀਂ ਹੈਗੇ, ਸਾਡਾ ਕੰਮ ਹੈਗਾ ਲਾਅ ਨੂੰ ਐਨਫੋਰਸ ਕਰਨਾ। ਸਰ ਤੁਸੀਂ ਬੜਾ ਕਲੀਅਰ ਕਿਹਾ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮੇਨਟੇਨ ਕੀਤਾ ਜਾਏਗਾ, ਜੇ ਵੀ ਲਾਅ ਐਂਡ ਆਰਡਰ ਕੋਈ ਬ੍ਰੇਕ ਕਰਦਾ ਹੈ ਉਹਦੇ ਖਿਲਾਫ ਐਸ ਪਰ ਲਾਅ ਵੀ ਵਿਲ ਟੇਕ ਐਕਸ਼ਨ। ਸਰ ਆਰਪੀਜੀ ਅਟੈਕ ਤੋਂ ਲੱਗਦਾ ਕਿ ਰਿੰਦਾ ਦੀ ਐਗਜ਼ਿਸਟੈਂਸ ਦਿਖਾਉਣ ਦੇ ਲਈ ਜਾਂ ਕੁਝ ਐਦਾਂ ਕੋਈ ਲੰਡਾ ਹਰੀਕੇ ਦਾ ਇਹਨਾਂ ਦਾ ਕੋਈ ਮੋਡਿਊਲ ਦਾ ਇਨਵੋਲਵਮੈਂਟ ਹੈ ਜੋ ਤਰਨਤਾਰਨ ਹੋਇਆ? ਦੇਖੋ ਜੀ, ਇਹ ਸਾਰੇ ਰਿੰਦਾ ਬਾਰੇ ਕੋਈ ਸਾਨੂੰ ਆਥੈਂਟਿਕ ਇਨਪੁਟ ਨਹੀਂ ਆਈ ਸੀ। ਮੀਡੀਆ ਦੇ ਵਿੱਚ ਵੀ ਮੈਂ ਇਹੀ ਗੱਲ ਕਹੀ ਸੀ ਕਿ ਮੀਡੀਆ ਦੀ ਰਿਪੋਰਟਾਂ ਹੀ ਕਾਫੀ ਸੀਗੀਆਂ, ਬਟ ਵੀ ਡੋਂਟ ਹੈਵ ਐਨੀ ਆਫੀਸ਼ੀਅਲ ਕਨਫਰਮੇਸ਼ਨ। डीजीपी साहब, एक जो पंजाब के जो थाने हैं वो बाहर के एरिया में बचे हैं, वहाँ पर भी क्या हाईवे पे जाने लगे। हाँ जी, ਅਸੀਂ ਸਾਰੇ ਥਾਣਿਆਂ ਦੀ ਅਸੀਂ ਸਿਕਿਉਰਿਟੀ ਆਡਿਟ ਕਰਾ ਕੇ ਉਹਨਾਂ ਦੀ ਸਿਕਿਉਰਿਟੀ ਨੂੰ ਐਪਰੋਪ੍ਰੀਏਟਲੀ ਅਸੀਂ ਟਾਈਟਨ ਕਰ ਰਹੇ ਹਾਂ। ਜਿੱਥੇ ਸੀਸੀਟੀਵੀ ਲਵਾਨੇ ਹੈ, ਜਿੱਥੇ ਅਸੀਂ ਹਾਰਡਨ ਸਿਕਿਉਰਿਟੀ ਕਰਨੀ ਹੈ, ਜਿੱਥੇ ਅਸੀਂ ਕਈ ਥਾਵਾਂ ਤੇ ਡਿਪਲੋਇਮੈਂਟ ਵਧਾਈ ਹੈ, ਦੇ ਬਾਉਂਡਰੀ ਵਾਲ ਕਿਤੇ ਨਹੀਂ ਹੈਗੀ, ਬਾਉਂਡਰੀ ਵਾਲ ਬਣਵਾ ਕੇ ਉਹਦੀ ਹਾਈਟਸ ਰੇਸ ਕਰੀ ਜਾ ਰਹੀ ਹੈ। ਜਿੱਥੇ ਡਰੈਗਨ ਲਾਈਟਾਂ ਦੀ ਲੋੜ ਹੈਗੀ, ਡਰੈਗਨ ਲਾਈਟਾਂ ਕਰ। ਅਸੀਂ ਸਾਰੇ ਐਸਐਸਪੀਜ਼ ਨੂੰ ਇਹ ਟਾਸਕ ਦਿੱਤਾ ਹੈ ਕਿ ਆਫੀਸਰਸ ਦੀ ਡਿਊਟੀ ਲਾ ਕੇ ਨਹੀਂ ਆਲ ਓਵਰ ਪੰਜਾਬ ਕਰ, ਅਸੀਂ ਆਲ ਓਵਰ ਪੰਜਾਬ ਕਰ ਰਹੇ ਹਾਂ। ਅੰਮ੍ਰਿਤਸਰ ਦੇ ਵਿੱਚ ਵੀਡੀਓ ਵਾਇਰਲ ਹੋਈ ਹੈ, ਐਨਆਰਆਈ ਰੇਡਿੰਗ ਦੇ ਦੌਰਾਨ ਜਿਹੜੀ ਫਾਇਰਿੰਗ ਹੋਈ ਸੀ, ਐਲੀਗੇਸ਼ਨ ਲਗਾ ਰਹੀ ਹੈ ਕਿ ਪੁਲਿਸ ਵੱਲੋਂ ਉਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕੀਤੀ ਗਈ, ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੂੰ, ਜਸਟਿਸ ਉਸ ਮਾਮਲੇ 'ਚ ਐਕਚੁਅਲੀ ਗੱਲ ਕੀ ਹੈਗੀ, ਜਿਹੜਾ ਅਸੀਂ ਵੀ ਆਰ ਟੇਕਿੰਗ ਅਗੇਨ ਅ ਮੈਰਿਟ ਬੇਸਡ ਵਿਊ ਇਨ ਦਿਸ ਕਿ ਦੋਵੇਂ ਪਾਸੇ ਫਾਇਰਿੰਗ ਹੋਈ ਸੀ। ਹੁਣ ਜਿਹੜੀ ਹੈ ਐਨਆਰਆਈ ਫੈਮਿਲੀ ਹੈ, ਜਿਹੜਾ ਇਹਨਾਂ ਦਾ ਬਿਆਨ ਦਰਜ ਹੋਇਆ ਹੈ, ਇਸ ਦੇ ਉੱਪਰ 13 ਗ੍ਰਿਫਤਾਰੀਆਂ ਹੋਈਆਂ ਹੈ ਜੀ। ਸੋ ਆਲ ਦਾ ਅਕਿਊਜ਼ਡ ਨੇਮਡ ਇਨ ਦੀ ਐਫਆਈਆਰ ਹੈਵ ਬੀਨ ਅਰੈਸਟਡ। ਇਹਨਾਂ ਤੇ ਕ੍ਰਾਸ ਐਫਆਈਆਰ ਬਣ ਗਈ ਹੈ ਕਿਉਂਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ। ਸੋ ਇਹਨਾਂ ਦੀ ਪਲੀ ਹੈਗੀ ਕਿ ਅਸੀਂ ਸੈਲਫ ਡਿਫੈਂਸ 'ਚ ਫਾਇਰ ਕੀਤੀ ਹੈ। ਤਾਂ ਸੀਪੀ ਅੰਮ੍ਰਿਤਸਰ ਇਜ਼ ਸੀਜ਼ਡ ਆਫ ਦਾ ਮੈਟਰ ਤੇ ਐਪਰੋਪ੍ਰੀਏਟ ਜੋ ਫੈਕਟਸ ਤੇ ਮੈਰਿਟ ਤੇ ਜੋ ਬਣਦਾ ਹੈਗਾ ਉਹ ਕਾਰਵਾਈ
ਕੀਤੀ ਜਾਊਗੀ। ਸਰ ਕਿੰਨੀ ਸੱਚਾਈ ਹੈ ਸਰ, ਕਿੰਨੀ ਸੱਚਾਈ ਹੈ ਗੋਲਡੀ ਬਰਾੜ ਨੂੰ ਲੈ ਕੇ ਕਿ ਸਰ ਬਾਰ-ਬਾਰ ਕਿਉਂਕਿ ਇੱਕ ਮੀਡੀਆ ਹਾਊਸ ਲਾਉਂਦਾ ਹੈ ਕਿ ਉਹ ਡਿਟੇਨ ਕਰ ਲਿਆ, ਦੂਜਾ ਕਹਿੰਦਾ ਨਹੀਂ ਕੀਤਾ, ਸਰ ਬਹੁਤ ਕੁਝ ਹੈ ਸਰ। ਅਸਲ ਪਿਕਚਰ ਕੀ ਹੈ, ਡਿਟੇਨ ਕੀਤਾ ਹੈ ਜਾਂ ਉਹਦਾ ਹਾਲਾਤ ਕੀ ਨੇ, ਕਿਉਂਕਿ ਉਹਨੂੰ ਰੱਖਿਆ ਹੈ ਇਹ ਛੇਤੀ ਜੀ ਸਟੇਟਸ ਕਲੀਅਰ ਹੋ ਜਾਊਗਾ। ਦੇਖੋ ਸਿੰਸ ਵੀ ਆਰ ਡੀਲਿੰਗ ਵਿਦ ਅ ਫੋਰਨ ਕੰਟਰੀ, ਸੋ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ। These are drone module. You have done a joint operation with BSF. How many weapons and what is the modus operandi for smuggling the weapon? Drone are being used or there is some other method are being used by? The drones are primarily being used ਕਿਉਂਕਿ ਡਰੋਨ ਦੇ ਵਿੱਚ ਪੇਲੋਡ ਘੱਟ ਹੁੰਦਾ ਹੈ। ਸੋ ਮੋਸਟਲੀ ਜਿਹੜੇ ਵੈਪਨਸ ਜਾਂ ਐਕਸਪਲੋਸਿਵਸ ਹੈਗੇ ਉਹ ਡਰੋਨਸ ਦੇ ਥਰੂ ਆਉਂਦੇ ਆ। ਰਿਵਰਾਈਨ ਬਾਰਡਰ ਤੋਂ ਹਜੇ ਵੀ ਸਮਗਲਿੰਗ, ਕਿਉਂਕਿ ਜੇ ਹੈਰੋਇਨ ਆਂਦੀ ਹੈ ਉਹਦੀ ਖੇਪ ਵੱਡੀ ਨਹੀਂ ਹੋ ਸਕਦੀ ਜੇ ਡਰੋਨਸ ਤੋਂ ਜਿਹੜੀ ਆਂਦੀ ਹੈ। ਜਲੰਧਰ ਨੇ ਬਹੁਤ ਗਾਲਾਂ ਕੱਢਦੇ ਨੇ ਔਰ ਸ਼ਰੇਆਮ ਗਾਲਾਂ ਕੱਢ ਰਹੇ ਨੇ ਡਿਸਪਲਿਨ ਫੋਰਸ ਦੇ ਵਿੱਚ। ਡੀਸੀਪੀ ਕੋਲ ਇਦਾਂ ਗਾਲਾਂ ਕੱਢਣੀਆਂ ਸੋਸ਼ਲ ਮੀਡੀਆ ਆਇਆ ਸਰ, ਉਹ ਕਿੱਦਾਂ तो सीपी जलंधर इज लुकिंग इनटू द मैटर इफ सम। सर क्या 2 आरपीजी मिसिंग है? कहा जा रहा है कि तरन में जो आरपीजी अटैक हुआ उसमें एक इस्तेमाल हुआ है, ड्रोन से 3 आए थे, 2 अभी मिसिंग है, ऐसी कुछ इंटेलिजेंस मिलेगा पंजाब पुलिस को? नहीं, अभी हम इसकी इन्वेस्टिगेशन कर रहे हैं, तो जल्दी हम आपके साथ सारा कुछ साझा करेंगे जी। कुलदीप चैन ज्वाइन करके सर Sir, 4 detained. हाँ जी, ही हैज रिपोर्टेड बैक टू। कोई कारण पता लगा टाइम? नहीं देखो जी, ਇਹ ਤੇ यूटी ਦਾ ਪ੍ਰੈਰੋਗੇਟਿਵ ਹੈ। तो पंजाब मतलब ਅਸੀਂ ਮਤਲਬ ਸਾਡੇ ਤੋਂ ਪੈਨਲ ਮੰਗਿਆ ਜਾਂਦਾ, ਅਸੀਂ ਅਫਸਰ ਭੇਜ ਦਿੰਦੇ ਹਾਂ। ਪਹਿਲੇ ਤਿਆਰ ਹੈ ਸਰ ਆਪਣਾ? नहीं, नो कमेंट्स ऑन दिस। अभी हाले तो वो आए Sir, 4 who are detained in this RPG attack, are they really connected to some module or they are just working for the sake of money or drugs? नहीं देखो जी, even what we have seen, even people connected with modules, I will take you to Deepak and Divyanshu, so they were paid also। मतलब है ना, this line is blurring actually between gangsters and terrorists, between being paid or not being paid। so ultimately मतलब ਇਹਨਾਂ ਨੂੰ ਪਿਆਦੇ ਕਹਿ ਲੋ, ਮਰਸਨਰੀਜ਼ ਕਹਿ ਲੋ, ਸੋ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਇਮਰਜ ਹੋ ਰਹੀ ਹੈ। ਤੇ ਸਰ ਹਜੇ ਦੀਪਕ ਜੱਜਰ ਵੀ ਫਰਾਰ ਹੈ, ਅਜੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ, ਹਾਲਾਂਕਿ ਜਿਹੜਾ ਨਾਬਾਲਿਗ ਨੂੰ ਤਾਂ ਫੜ ਲਿਆ। ਤੇ ਤੁਹਾਨੂੰ ਲੱਗ ਰਿਹਾ ਸਰ ਕੁਝ ਇਨਵੈਸਟੀਗੇਸ਼ਨ, ਪ੍ਰਾਈਵੇਟ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਜਿਹੜਾ ਦੀਪਕ ਦੇ ਇਨਫੈਕਟ ਅਸੀਂ ਕਾਫੀ ਐਡਵਾਂਸ ਸਟੇਜ ਤੇ ਸਾਡਾ ਆਪਰੇਸ਼ਨ ਹੈਗਾ, ਸੋ ਵੀ ਆਰ ਹੋਪਫੁਲ ਆਫ ਗੈਟਿੰਗ ਦੀਪਕ ਆਲਸੋ। ਬਟ ਮੈਂ ਅਗੇ ਸਰ ਲੱਗ ਰਿਹਾ ਤੁਹਾਨੂੰ ਕੋਈ ਸਿਮਿਲੈਰਿਟੀ ਜਿਹੜੀ ਹੈਗੀ 9 ਮਈ ਨੂੰ ਜਿਹੜਾ ਮੋਹਾਲੀ 'ਚ ਅਟੈਕ ਹੋਇਆ ਸੀਗਾ ਆਰਪੀਜੀ, ਔਰ ਤੇ ਇੱਥੇ ਜਿਹੜਾ ਤਰਨਤਾਰਨ 'ਚ ਹੋਇਆ, ਉਹਦੇ ਵਿੱਚ ਕੁਝ ਤੁਹਾਨੂੰ ਥੋੜਾ ਇਹਦੇ 'ਚ ਦੇਖੋ ਸਮਾਂ ਲੇਟ ਹੈ, ਮੋਹਾਲੀ ਵਾਲਾ ਥੋੜਾ ਅਰਲੀ ਹੋਇਆ ਸੀ। ਅਦਰਵਾਈਜ਼ ਦੀ ਨੇਚਰ ਆਫ ਦੀ ਦੈਟ ਇਜ਼ ਸਿਮਿਲਰ। ਜਿਹੜਾ ਪ੍ਰੋਜੈਕਟਾਈਲ ਯੂਜ਼ ਹੋਇਆ ਉਹ ਸਿਮਿਲਰ ਨੇਚਰ ਦਾ ਹੈਗਾ। Sir, do you think they were well trained and that they are being trained by somebody? The way this has been ਪੋਸਿਬਿਲਿਟੀ ਕੈਨੋਟ ਬੀ ਰੂਲ। ਅੱਜ ਕੱਲ੍ਹ ਵੈਸੇ ਨਾ ਜੀ ਆਨਲਾਈਨ ਵੀ ਬੜੇ ਕੋਰਸਿਸ ਹੋ, ਕਿਉਂਕਿ ਪਹਿਲੇ ਮੈਨੂੰ ਯਾਦ ਹੈ 2015-16 'ਚ ਜਦੋਂ ਅਸੀਂ ਉਹ ਹਰਮਿੰਦਰ ਮਿੰਟੂ ਫੜਿਆ ਸੀ, ਉਦੋਂ ਥਾਈਲੈਂਡ ਦੇ ਵਿੱਚ ਟ੍ਰੇਨਿੰਗ ਕੈਂਪਸ ਇਹਨਾਂ ਨੇ ਲਾਏ ਸੀਗੇ। ਤਾਂ ਹਾਲੇ ਕੋਈ ਐਕਟਿਵ ਹੁਣ ਜਿਵੇਂ ਅਬਾਊਟ ਸਮ ਵੀ ਹੈਡ ਰਿਸੀਵਡ ਅਬਾਊਟ ਸਮ ਅਦਰ ਇਨਪੁਟ ਅਬਾਊਟ ਅਨਦਰ ਗੈਂਗਸਟਰ ਹੂ ਹੈਜ਼ ਰੀਚਡ ਪਾਕਿਸਤਾਨ। ਸੋ ਸਪੈਸੀਫਿਕਲੀ ਟ੍ਰੇਨਿੰਗ ਕੈਂਪਸ ਕਰਕੇ ਉੱਥੋਂ ਐਕਸਫਿਲਟਰੇਟ ਕਰਕੇ ਬੰਦਾ ਇੱਥੇ ਆਇਆ ਹੋਵੇ, ਇਸ ਤਰ੍ਹਾਂ ਦੀ ਰੀਸੈਂਟ ਰਿਪੋਰਟ ਨਹੀਂ ਹੈਗੀ। Who is this another gangster who have reached Pakistan recently? Can you please name him? Cannot name him। Are we offering a cup of tea? ਬਿਲਕੁਲ ਗੌਰਵ ਸਰ, ਥੈਂਕ ਯੂ, ਤੁਸੀਂ ਬੜੇ ਤਸੱਲੀ ਜਵਾਬ ਦੇ ਰਹੇ ਹੋ। ਸਰ ਇਹ ਸਰ ਡਰੋਨ ਨੂੰ ਲੈ ਕੇ ਨਹੀਂ, ਗੱਲ ਕਰ ਲੈਂਦੇ ਜੀ। ਐਂਟੀ ਡਰੋਨ ਸਰ, ਐਂਟੀ ਡਰੋਨ ਕੀ ਸਰ ਕਰ ਰਹੇ ਆਪਾਂ ਸਰ? I mean, ਸਰ ਡਰੋਨ ਸਰ ਕੀ in a ਹੈ? recent trend, these gangsters who were earlier into the extortion and kind of thing, this Rinda and Goldi Barad and Satveer, Satta, Nishera, they all were now involved into the anti-national activities. And in Correct, fact, the base, correct. You are correct. Pakistan and ISI is backing them. I mean, what is your investigation disclosing this? How it is happening and how they are connected to pro-Khalistani elements and ISI? देखो जी, again this is a lot of it is speculative. A lot of it is speculative because there has been increase in pressure of the security forces in J&K. Now due to this there has also been a change in the army chief in Pakistan. So they say कि ਜਿਹੜਾ ISI ਦਾ head ਸੀਗਾ ਉਹ army chief ਹੋਣੇ recently ਬਣ, तो ਜਿਵੇਂ ਹੁੰਦਾ ਵੀ somebody takes charge recently ਤੇ ਮੈਨੂੰ impact ਕਰਨਾ ਹੁੰਦਾ ਹੈ। So we don't know the reason, we can't analyze क्योंकि we have to go by facts on ground. But the facts on ground is that there is a intensification of activity from the other side. ਤੇ ਪਾਕਿਸਤਾਨ ਵੱਲੋਂ ਬਹੁਤ ਜ਼ਿਆਦਾ ਇਹ ਮਤਲਬ ਸਾਡੇ ਵੀ ਜਿਵੇਂ ਟਰਾਂਸ ਬਾਰਡਰ ਸੋਰਸਸ ਹੁੰਦੇ ਹੈ,
ਅਦਰ ਵੀ ਹੈਵ ਅਦਰ ਟੈਕਨੀਕਲ ਮੀਨਸ ਆਫ ਗੈਟਿੰਗ ਇਨਫੋਰਮੇਸ਼ਨ। ਸੋ ਉਸ ਦੇ ਵਿੱਚ ਇਹੀ ਗੱਲ ਆ ਰਹੀ ਹੈ ਕਿ ਉਹਨਾਂ ਦਾ ਬਹੁਤ ਸਟਰੋਂਗ ਪ੍ਰੈਸ਼ਰ ਹੈ ਕਿ ਕੁਛ ਨਾ ਕੁਛ ਇੱਥੇ ਕੀਤਾ ਜਾਵੇ ਜੀ। सर एक मूसे वाला केस की इंक्वायरी जी दिल्ली पुलिस कर रही है, उन्होंने अपने कुछ ऑफिसर को सिक्योरिटी दी थी दिल्ली पुलिस ने, अपने पंजाब पुलिस में भी जो केस की इन्वेस्टिगेशन कर रहे हैं उन्होंने भी धमकियां आई हैं। नहीं मैनू देखो जी जितों तक मेरी नॉलेज है मूसे वाले केस की इन्वेस्टिगेशन नहीं की उन्होंने। देखो जिवें कोई क्राइम होंदा है ਉਹਦੀ FIR दर्ज होंदी है, ਉਹਦੀ FIR ਸਾਡੇ ਮਾਨਸੇ ਜ਼ਿਲ੍ਹੇ 'ਚ ਦਰਜ ਹੋ ਗਈ, ਉਹਦੇ ਵਿੱਚ ਅਸੀਂ 35 ਅਕਿਊਜ਼ ਚਾਰਜ ਸ਼ੀਟ ਕਰਤੇ ਜੀ। ਸੋ ਉਹ ਇਨਵੈਸਟੀਗੇਸ਼ਨ ਤੇ ਮਾਨਸਾ ਪੁਲਿਸ ਨੇ ਕੀਤੀ ਹੈ। ਹੁਣ ਮੂਸੇਵਾਲਾ ਕੇਸ ਦੇ ਕੁਝ ਅਕਿਊਜ਼ਡ ਜਾਂ ਕੁਝ ਲੋਕ ਮੁਲਜ਼ਮ ਸੀਗੇ ਜਿਨ੍ਹਾਂ ਨੇ ਰੈਕੀ ਕੀਤੀ, ਉਹਨਾਂ ਨੇ ਦਿੱਲੀ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਜੀ। ਸੋ ਉਹਨਾਂ ਨੇ ਉਹ ਬੰਦੇ ਫੜ ਲਏ, ਕੁਝ ਬੰਦੇ ਅਰੈਸਟਡ ਹੋ ਗਏ, ਉਹ ਉਹਨਾਂ ਨੂੰ ਵੀ ਬ੍ਰੌਟ ਦੇਮ ਔਨ ਪ੍ਰੋਡਕਸ਼ਨ ਵਾਰੰਟ, ਆਪਣੇ ਕੇਸ 'ਚ ਫਾਰਮਲ ਗ੍ਰਿਫਤਾਰੀ ਪਾ ਲਈ ਜੀ। ਸੋ ਪਰ ਮੂਸੇਵਾਲਾ ਮਰਡਰ ਕੇਸ ਹੈਜ਼ ਬੀਨ ਇਨਵੈਸਟੀਗੇਟਡ ਬਾਈ ਪੰਜਾਬ ਪੁਲਿਸ। ਬਾਕੀ ਇਹਨਾਂ ਤੇ ਦੇਖੋ ਫॉर अस इट इज़ एन ऑक्यूपेशनल हैज़र्ड। ਅਸੀਂ ਤਾਂ ਨਹੀਂ, ਅਸੀਂ ਕਹਿੰਦੇ ਆਓ ਜੀ ਸਾਹਮਣੇ, ਸਾਡੇ ਸਾਹਮਣੇ ਆਓ ਜੀ, ਫਿਰ ਦੱਸਾਂਗੇ ਜੀ। नहीं पुलिस ऑफिसर को धमकियां दे रहे हैं, उसकी गल कर रहे हैं। He पुलिस is ऑफिसर telling को कोई that the police officer are being provided security there by No, I will not- ਸਪੈਸ਼ਲ ਸੈੱਲ ਨੇ ਅਧਿਕਾਰੀਆਂ ਨੂੰ ਬਾਈ ਕੈਟੇਗਰੀ ਮੈਨੂੰ ਹਾਂ ਜੀ, ਮੈਂ ਵੀ ਅਖਬਾਰ 'ਚ ਪੜ੍ਹਿਆ ਜੀ। ਦਿੱਤੀ ਹੈ ਸਰ। ਜੀ, ਜੀ। 12 ਆਫੀਸਰਸ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਬਾਈ ਕੈਟੇਗਰੀ। ਜੀ, ਜੀ। ਉਹਦੇ 'ਚ ਇਹ ਹੈ ਕਿ ਜਿਹੜੇ ਗੈਂਗਸਟਰ ਵੱਲੋਂ ਜਿਹੜੀ ਧਮਕੀਆਂ ਦਿੱਤੀ ਗਈ ਜਾਂ ਫਿਰ ਲੈਟਰ ਜਿਹੜਾ ਦਿੱਤਾ ਗਿਆ ਹੈ, ਉਹਨਾਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਵਧਾਈ ਗਈ ਹੈ, ਉਹਨਾਂ ਨੇ ਸਿੱਧੂ ਮੂਸੇਵਾਲਾ ਕੇਸ 'ਚ ਜਿਹੜੇ ਵੀ ਫੜ ਕੇ ਤੁਹਾਨੂੰ ਦਿੱਤੇ ਹੈ। ਦੇਖੋ ਸਾਡੇ ਲਈ ਅਸੀਂ ਤਾਂ ਰੋਜ਼ ਹੀ ਕੋਈ ਨਾ ਕੋਈ ਗੈਂਗਸਟਰ ਫੜਦੇ ਹਾਂ ਜੀ। ਸੋ ਵੀ ਵਿਲ ਕੀਪ ਆਰ ਆਫਿਸਰਸ ਸਿਕਿਉਰ। देयर इज नो ਤੁਹਾਨੂੰ ਲੱਗਦਾ ਤੁਹਾਨੂੰ ਕਿ ਜੋਬੇ ਨਾਲ ਕਨੈਕਸ਼ਨ ਹਰੇਕ ਗੈਂਗਸਟਰ ਯੂਜ਼ ਕਰਨ ਲੱਗ ਗਿਆ, ਚਾਹੇ ਕੋਈ ਵੀ ਜੋਬੇ ਨਾਲ ਮਤਲਬ ਛੋਟੇ ਉਮਰ ਦਾ ਜਿਹੜਾ ਨਾਬਾਲਗ ਹੁੰਦਾ ਹੈ, ਉਹਨੂੰ ਹਰੇਕ ਗਰੁੱਪ 'ਚ ਬਾੜਿਆ ਜਾਂਦਾ। ਦਿਸ ਇਜ਼ ਅਨਫੋਰਚੂਨੇਟ। ਰਦਰ ਮੈਂ ਨਹੀਂ ਇਹ ਪਲੇਟਫਾਰਮ ਯੂਜ਼ ਕਰਾਂਗਾ, ਜਿਹੜੇ ਯੂਥ ਹੈਗੇ ਉਹਨਾਂ ਨੂੰ ਅਪੀਲ ਕਰਾਂਗਾ ਕਿ ਗਵਰਨਮੈਂਟ ਵੱਲੋਂ ਆਪਾਂ ਉਹਨਾਂ ਨਾਲ ਰਿਮਾਂਡ ਵੀ ਨਹੀਂ ਲੈ ਸਕਦੇ ਉਸ ਹਿਸਾਬ ਦਾ, ਨਾ ਹੀ ਉਹਨਾਂ ਤੋਂ ਹਾਂਜੀ ਇੰਟਰੋਗੇਸ਼ਨ ਕਰ ਦੀ ਸਕਦੇ। ਇਹ ਕੰਸਟ੍ਰੇਂਟ ਵੀ ਹੈਗਾ ਥੋੜਾ ਜਿਹਾ ਨਾ, ਕਿਉਂਕਿ ਇੰਟਰਨੈਟ ਤੇ ਮੀਡੀਆ ਤੇ ਬਹੁਤ ਜ਼ਿਆਦਾ ਕਹਿ ਲੋ ਪ੍ਰੋਪੇਗੈਂਡਾ ਆਂਦਾ ਹੈ ਜਾਂ ਪਰਸੈਪਸ਼ਨ ਬਿਲਡਿੰਗ ਹੁੰਦੀ ਹੈ, ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਦੇ ਸ਼ੁੱਡ ਜੋ ਸਖਤੀ ਕੀਤੀ ਹੈ ਵੈਪਨ ਨੂੰ ਲੈ ਕੇ, ਲੋਕੀ ਵਾਕਈ ਕੁਝ ਹੋਏ ਬੱਚਿਆਂ ਨੂੰ ਹਟਾਉਣ ਲੱਗ ਗਏ, ਫੋਟੋ ਹਟਾਉਣ ਲੱਗ ਗਏ ਨੇ। ਇਸ ਤਰ੍ਹਾਂ ਸਹੀ ਗੱਲ ਕੋਈ ਜਿਹੜਾ ਯੂਥ ਹੈ ਜਿਹੜਾ ਉਹ ਕੋਈ ਨਾ ਕੋਈ ਆਈਕਨ ਇਦਾਂ ਦੇ ਹੁਣ ਜਿਹੜਾ ਕਹਿ ਸਕੇ ਆ ਕੇ, ਸਮਝਾ ਸਕੇ ਆ ਕੇ, ਠੀਕ ਹੈ ਸੀਐਮ ਬਹੁਤ ਕੰਮ ਕਰ ਤੁਸੀਂ ਵੀ ਲੱਗੇ ਹੋ, ਲੇਕਿਨ ਕਿੱਦਾਂ ਤੁਸੀਂ ਕਰੋ ਯੂਥ ਨੂੰ ਘੱਟੋ ਘੱਟ ਸਮਝਾਉਣ ਵਾਸਤੇ। ਇਸ ਤਰ੍ਹਾਂ ਦੇ ਐਫਰਟਸ ਹੁੰਦੇ ਰਹੇ ਬੱਚੇ ਨਹੀਂ ਨਾ ਸਰ ਉਹਨਾਂ ਨਹੀਂ ਤੁਹਾਡੀ ਗੱਲ ਦੇਖੋ, ਚੀਫ ਮਿਨਿਸਟਰ ਸਾਹਿਬ ਵੱਲੋਂ ਇੱਕ ਤੇ ਜਿਹੜੀ ਉਹਨਾਂ ਨੇ ਪਾਲਿਸੀ ਬਣਾਈ ਹੈ ਕਿ ਐਨੂਅਲ ਰਿਕਰੂਟਮੈਂਟਸ ਇਨ ਦਾ ਪੁਲਿਸ, ਮਤਲਬ ਮੈਂ ਸਮਝਦਾ ਕਿ ਹਰ 5 ਸਾਲ ਬਾਅਦ ਰਿਕਰੂਟਮੈਂਟ ਕਰਨ ਦੀ ਬਜਾਏ ਦੇ ਹਰ ਸਾਲ ਇੱਕ ਤੇ ਸਾਨੂੰ ਫਾਇਦਾ ਹੁੰਦਾ ਹੈ, ਸਾਡੀ ਵੈਕੈਂਸੀਜ਼ ਭਰ ਜਾਂਦੀ ਹੈ। ਇੱਕ ਜਿਹੜਾ ਯੂਥ ਹੈਗਾ ਉਹ ਹਰ ਸਾਲ ਪ੍ਰਿਪੇਅਰ ਕਰੂਗਾ, ਹਰ ਸਾਲ 2-2.5 ਹਜ਼ਾਰ ਪੋਸਟਾਂ ਨਿਕਲਣਗੀ। ਸੋ ਆਲਦੋ ਇਟ ਇਜ਼ ਅ ਡ੍ਰੌਪ ਇਨ ਦਾ ਓਸ਼ਨ ਫॉर द ਬਟ ਦੈਨ ਦਿਸ ਵਿਲ ਬੀ ਐਪਲੀਕੇਬਲ ਟੂ ਆਲ ਡਿਪਾਰਟਮੈਂਟਸ। ਸਿਮਿਲਰਲੀ ਮਤਲਬ ਮੈਥ ਜਿਵੇਂ ਇਹਨਾਂ ਨੇ ਬੜੀ ਇੰਪੋਰਟੈਂਟ ਗੱਲ ਕਹੀ ਕਿ ਜਿਹੜੇ ਸਾਡੇ ਕਲਚਰਲ ਆਈਕਨਸ ਹੈਗੇ, ਸਪੋਰਟਸ ਆਈਕਨਸ ਹੈਗੇ, ਉਹਨਾਂ ਨੂੰ ਇੱਕ ਪੋਜ਼ਿਟਿਵ ਮੈਸੇਜਿੰਗ ਕਰਨੀ ਚਾਹੀਦੀ ਕਿ ਦੇ ਯੂ ਸੀ ਅਲਟੀਮੇਟਲੀ ਉਹ ਜਿਵੇਂ ਉਹ ਗੱਲ ਕਰਦੇ ਸੀ ਆਪਣੇ ਜਰਨਲਿਸਟ ਕਿ ਹੀ ਟੁਕ ਵੇਰੀਅਸ ਨੇਮਸ, ਤੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਇਹਨਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਹੈਗੀ ਜੀ। ਇਹ ਭਾਵੇਂ ਗੋਲਡੀ ਬਰਾੜ, ਭਾਵੇਂ ਸੱਤਾ ਹੈਗਾ, ਭਾਵੇਂ ਲੰਡਾ ਹੈਗਾ, ਸੋ ਸ਼ੈਲਫ ਲਾਈਫ ਬਹੁਤ ਲਿਮਿਟਡ ਜੀ ਹੈਗੀ। ਸੋ ਯੂਥ ਸ਼ੁੱਡ ਫੋਲੋ ਕਲਚਰਲ ਆਈਕਨਸ, ਗੁੱਡ ਜਿਹੜੇ ਚੰਗੇ ਪੰਜਾਬੀ ਆਈਕਨ ਹੈਗੇ ਜੀ, ਉਹਨਾਂ ਦੇ ਪੈਟਰਨ ਤੇ ਚਲੋ ਜੀ। ਸਰ ਚੈਲੰਜ ਅੱਜ ਗੋਲਡੀ ਬਰਾੜ ਬਾਰੇ ਸੁਣਨ ਨੂੰ ਕੁਝ ਮਿਲ ਸਕਦਾ ਹੈ? No, ਸਰ ਚੈਲੰਜ ਐਕਸੈਪਟ ਕੀਤੇ ਜਾ ਰਹੇ, ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸਾਹਮਣੇ ਆ ਕੇ ਕਰੋ ਜੋ ਵੀ ਕਰਨਾ ਅਟੈਕ। ਕੀ ਪੰਜਾਬ ਪੁਲਿਸ ਇੰਨੀ ਐਕਟਿਵ ਹੈਗੀ ਹੈ ਜਾਂ ਪੰਜਾਬ ਪੁਲਿਸ ਕੋਲ ਇੰਨੇ ਮੁਲਾਜ਼ਮ ਹੈਗੇ ਨੇ ਕਿ ਲੜ ਸਕਦੇ ਨੇ? ਕਿਉਂਕਿ ਥਾਣਿਆਂ ਚੋਂ ਤਾਂ ਇਹ ਫੀਡਬੈਕ ਆਉਂਦਾ ਹੈ ਕਿ ਸਾਡੇ ਕੋਲ ਤਾਂ ਮੁਲਾਜ਼ਮ ਵੀ ਪੂਰੇ ਨਹੀਂ, ਕੋਈ ਧਰਨੇ ਦੇ ਨਹੀਂ ਵੀ ਆਰ ਫੁੱਲੀ ਕੰਪੀਟੈਂਟ। ਦੇਖੋ ਜੀ ਇਹ ਚੈਲੰਜਸ ਹੈਗੇ ਮਾਡਰਨ ਪੁਲਿਸਿੰਗ ਦੇ, ਲਾਅ ਐਂਡ ਆਰਡਰ ਚੈਲੰਜਸ ਹੈਗੇ, ਮਤਲਬ ਸਾਰਾ ਕੁਝ ਹੈਗਾ, ਬਟ ਅਸੀਂ ਵੀ ਆਰ ਫੁੱਲੀ ਕੰਪੀਟੈਂਟ ਤੇ ਅਸੀਂ ਕਰਾਂਗੇ। ਦੇਖੋ ਇਨਫੈਕਟ ਮੈਂ ਇਹ ਗੱਲ ਸਰਹਾਲੀ ਵੀ ਕੀਤੀ ਸੀ ਕਿ ਜੇ ਤੁਸੀਂ ਪਰ ਲੱਖ ਪੋਪੂਲੇਸ਼ਨ ਵੇਖੋ ਤੇ ਪੰਜਾਬ ਦਾ ਕ੍ਰਾਈਮ ਇਜ਼ ਛੋਟੀ ਛੋਟੀ ਸਟੇਟਾਂ ਨੂੰ ਛੱਡ ਦਿਓ, ਜਿਵੇਂ ਹੁਣ ਅਸੀਂ ਅਰੁਣਾਚਲ ਪ੍ਰਦੇਸ਼ ਨਾਲ ਨਹੀਂ ਕੰਪੇਅਰ ਕਰ ਸਕਦੇ ਜਾਂ ਪੌਂਡੀਚੇਰੀ ਨਾਲ ਨਹੀਂ ਕਰ ਸਕਦੇ, ਅਦਰਵਾਈਜ਼ ਸਾਡਾ ਕ੍ਰਾਈਮ ਜਿਹੜਾ ਇੰਡੀਆ 'ਚ ਲੋਵੈਸਟ ਹੈਗਾ। ਹੁਣ ਸਾਡੇ ਐਵਰੇਜ 700-750 ਮਰਡਰ ਹੁੰਦੇ ਆ ਪਰ ਈਅਰ, ਤੇ ਬਿਹਾਰ ਵਰਗਾ ਸਟੇਟ ਸਾਡੇ ਤੋਂ ਥੋੜਾ ਵੱਡਾ ਹੈ, ਉੱਥੇ 5000 ਮਰਡਰਸ ਹੁੰਦੇ। ਮਤਲਬ ਮੈਂ ਫਿਗਰਸ ਦੀ ਗੱਲ ਕਰ ਰਿਹਾ ਕਿ ਜੇ ਕੰਪੈਰੀਟਿਵ ਪੋਪੂਲੇਸ਼ਨ ਜੇ ਹੁਣ ਕ੍ਰਾਈਮਸ ਅਗੇਂਸਟ ਜਿਵੇਂ ਪਬਲਿਕ ਆਰਡਰ ਹੈ, ਉਹ ਪੰਜਾਬ ਇਜ਼ ਦਾ ਲੋਵੈਸਟ ਇਨ ਦਾ ਕੰਟਰੀ। ਸੋ ਮੋਸਟ ਪੈਰਾਮੀਟਰਸ ਦੇ ਵਿੱਚ, ਕਿਉਂਕਿ ਚਲੋ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਅਵੇਅਰਨੈਸ ਹੈਗੀ, ਛੋਟੀ ਜੀ ਗੱਲ ਹੁੰਦੀ, ਸੋਸ਼ਲ ਮੀਡੀਆ ਇਜ਼ ਵੈਰੀ, ਸੋ ਇਟ ਕੀਪਸ ਅਸ ਔਨ ਆਰ ਟੋਜ਼। ਬਟ ਇਫ ਯੂ ਕੰਪੇਅਰ ਵਾਟ ਇਜ਼ ਆਈ ਐਮ ਟੋਲਡ ਫੋਰਨ ਕੰਟਰੀਜ਼ ਦੇ ਵਿੱਚ ਤੇ ਮਾਈਨਰ ਆਫੈਂਸਸ ਇਨਵੈਸਟੀਗੇਟ ਹੀ ਨਹੀਂ ਕਰਦੇ ਜੀ। ਕਿਸੇ ਤੁਹਾਡੀ ਇੰਸ਼ੋਰੈਂਸ ਹੋਈ ਹੈ ਤੇ ਪੁਲਿਸ ਨੇ ਤਫਤੀਸ਼ ਨਹੀਂ ਕਰਨੀ। ਸੋ ਵੀ ਟੇਕ ਈਚ ਐਂਡ ਐਵਰੀ ਕ੍ਰਾਈਮ ਵੈਰੀ ਸੀਰੀਅਸਲੀ ਐਂਡ ਵੀ ਟਰਾਈ ਟੂ ਸੋਲਵ ਇਟ। ਸਰ ਫੋਰਸ ਵਧਾਉਣ ਦੀ ਵੀ ਗੱਲ ਹੋਵੇਗੀ ਕਿ ਫੋਰਸ ਵਧਾਈ ਜਾਵੇ, ਕਿਉਂਕਿ ਫੋਰਸ ਕਿਹਾ ਜਾਂਦਾ ਕਿ ਦੇਖੋ ਜੀ ਸਾਡੀ ਨਾ ਜੀ ਹੁਣ ਜਿਵੇਂ ਹੁਣੇ ਇਸ ਸਾਲ ਜਿਵੇਂ 10,000 ਪੋਸਟਾਂ ਭਰੀਆਂ ਜਾ ਰਹੀ 2 ਸ਼ਿਫਟਾਂ ਦੇ ਵਿੱਚ। ਹੁਣ 5 ਜਸਟ ਅ ਮੰਥ ਬੈਕ 4500 ਮੁਲਾਜ਼ਮਾਂ ਨੇ ਜੁਆਇਨ ਕੀਤਾ ਜੀ। ਸੋ ਇਹਨਾਂ ਦੀ ਨੈਚੁਰਲੀ ਹੁਣ ਇਸ ਵੇਲੇ ਟ੍ਰੇਨਿੰਗ ਚੱਲ ਰਹੀ ਹੈ
8-9 ਮਹੀਨੇ ਬਾਅਦ ਇਹਨਾਂ ਨੇ ਜੁਆਇਨ ਕਰ ਲੈਣਾ ਜੀ। 5000 ਹੋਰ ਪੋਸਟਾਂ ਦੇ ਐਗਜ਼ਾਮਸ ਚੱਲ ਰਹੇ, ਸੋ 10000 ਤੇ ਇਮੀਡੀਏਟ ਭਰ ਜਾਊਗੀ ਜੀ। ਸੋ ਇਨ ਅਨਦਰ 6 months ਯੂ ਵਿਲ ਸੀ ਦ ਡਿਫਰੈਂਸ ਔਨ ਗਰਾਊਂਡ। ਹਰ ਸਾਲ ਸਾਡੀ ਜਿੰਨੀ ਵੇਕੈਂਸੀਜ਼ ਹੋਣਗੀ, ਜਿਹੜੀ ਸਾਡੀ 80000 ਦੀ ਹੈਗੀ, ਉਹ ਹਰ ਸਾਲ ਰਿਕਰੂਟਮੈਂਟ ਕਰਕੇ ਅਸੀਂ ਉਹਨੂੰ ਪੂਰਾ ਕਰਾਂਗੇ ਜੀ। ਤੇ ਗਵਰਨਮੈਂਟ ਵੱਲੋਂ ਸਾਨੂੰ ਚੀਫ ਮਿਨਿਸਟਰ ਸਾਹਿਬ ਵੱਲੋਂ ਇਹ ਵੀ ਅਸ਼ੋਰੈਂਸ ਮਿਲਿਆ ਹੈ ਕਿ ਜਿਹੜੀ ਸਾਡੀ ਨਵੀਆਂ ਸਕੀਮਾਂ ਹੈ, ਜੇ ਸਾਨੂੰ ਆਪਣੀ ਮੈਨ ਪਾਵਰ ਵਧਾਉਣ ਦੀ ਲੋੜ ਹੈ ਤੇ ਉਹ ਵੀ ਸਟੇਟ ਗਵਰਨਮੈਂਟ ਨੇ ਦੋ ਚੀਜ਼ਾਂ ਸਾਨੂੰ ਇਹਦੇ 'ਚ ਕਾਫੀ ਹਾਈ ਲੈਵਲ ਰਿਵਿਊ ਮੀਟਿੰਗ ਹੋਈ ਸੀਗੀ, ਦੋ ਚੀਜ਼ਾਂ ਤੇ ਕਿਹਾ ਹੈਗਾ, ਇੱਕ ਮੈਨ ਪਾਵਰ, ਇੱਕ ਸਾਡੀ ਟੈਕਨੋਲੋਜੀਕਲ ਅਪਗ੍ਰੇਡੇਸ਼ਨ। ਇਨਫੈਕਟ ਪਰਸੋਂ ਜਦੋਂ ਸੀਐਮ ਸਾਹਿਬ ਨੇ ਉਹ ਜੇਲ੍ਹ ਵਿਜ਼ਿਟ ਕੀਤੀ ਸੀਗੀ, ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਜੀ। ਸੋ ਉਸ ਦੇ ਵਿੱਚ ਕੀ ਅਸੀਂ ਡਿਟੇਲ 'ਚ ਡਿਸਕਸ ਕੀਤਾ ਕਿ ਜੇਲ੍ਹਾਂ ਨੂੰ ਕਿਵੇਂ ਸਟਰੋਂਗ ਕਰਨਾ। ਮੈਂ ਐਗਜ਼ਾਮਪਲ ਦੇ ਰਿਹਾ ਜੀ, ਹੁਣ ਸਾਡਾ ਇੰਟੈਲੀਜੈਂਸ ਵਿੰਗ ਹੈਗਾ ਜਾਂ ਸਾਡੀ ਬਾਰਡਰ ਪੁਲਿਸ ਸਟੇਸ਼ਨਸ ਹੈਗੇ, ਤੇ ਅਸੀਂ ਕਾਫੀ ਐਂਬੀਸ਼ੀਅਸ ਪਲਾਨ ਬਣਾਇਆ, ਸਾਡਾ ਸਾਈਬਰ ਕ੍ਰਾਈਮ ਸੈੱਲ ਹੈ ਕਿ ਇਹਨਾਂ ਨੂੰ ਅਪਗ੍ਰੇਡ ਕਰਨਾ ਹੈ। ਸੋ 30 ਕਰੋੜ ਦਾ ਸਟੇਟ ਗਵਰਨਮੈਂਟ ਨੇ ਮਨਜ਼ੂਰੀ ਦਿੱਤੀ ਹੈ ਫॉर ਅਪਗ੍ਰੇਡੇਸ਼ਨ ਆਫ ਸਾਈਬਰ ਸੈੱਲ। 80 ਕਰੋੜ ਦੀ ਉਹਨਾਂ ਨੇ ਸੀਐਮ ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਫॉर ਅਪਗ੍ਰੇਡੇਸ਼ਨ ਆਫ ਦੀ ਇੰਟੈਲੀਜੈਂਸ ਨੈਟਵਰਕ। ਸੋ ਬਾਰਡਰ ਪੁਲਿਸਿੰਗ ਲਈ ਅਸੀਂ ਸੈਂਟਰਲ ਗਵਰਨਮੈਂਟ ਤੋਂ, ਅਸੀਂ ਜਦੋਂ ਸੀਐਮ ਐਚਐਮ ਨੂੰ ਮਿਲੇ ਸੀਗੇ, ਤਾਂ 150 ਕਰੋੜ ਦੀ ਅਸੀਂ ਪ੍ਰਪੋਜ਼ਲ ਸੈਂਟਰਲ ਗਵਰਨਮੈਂਟ ਨੂੰ ਭੇਜੀ ਹੈ ਫॉर ਅਪਗ੍ਰੇਡੇਸ਼ਨ ਆਫ ਆਵਰ ਬਾਰਡਰ ਪੁਲਿਸ ਸਟੇਸ਼ਨਸ। ਸੋ ਸਾਨੂੰ ਆਸ ਹੈ ਕਿ ਸਾਨੂੰ ਸੈਂਟਰ ਦੀ ਵੀ ਪੂਰੀ ਸਪੋਰਟ ਮਿਲੂਗੀ ਤੇ ਅਸੀਂ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕਰਾਂਗੇ। ਜਿੱਥੇ ਸਾਨੂੰ ਮੈਨ ਪਾਵਰ ਦੀ ਸ਼ਾਰਟੇਜ ਹੈਗੀ, ਅਸੀਂ ਮੈਨ ਪਾਵਰ ਉਹ ਡੈਫੀਸ਼ੀਐਂਸੀ ਪੂਰੀ ਕਰਾਂਗੇ। ਸਾਡੇ ਜਿਵੇਂ ਨਵੇਂ ਵਿੰਗਸ ਹੈਗੇ, ਜਿਵੇਂ ਇੱਕ ਸਾਡੀ ਐਂਬੀਸ਼ੀਅਸ ਸਕੀਮ ਪਲਾਨ ਅਸੀਂ ਕਰ ਰਹੇ ਹੈਗੇ, ਜਿਹੜੀ 112 ਹੈਗੇ, ਕਿ 112 ਦਾ ਜਿਹੜਾ ਔਨ ਦਾ ਪੈਟਰਨ ਆਫ ਯੂਪੀ, ਕਿ ਅਸੀਂ ਤਾਂ ਕਿ ਸਾਡਾ ਰਿਸਪੌਂਸ ਟਾਈਮ ਘਟੇ। ਸੋ ਅਸੀਂ ਇਹ ਅਗਲੇ ਬਜਟ ਦੇ ਵਿੱਚ ਅਸੀਂ ਇੱਕ ਐਂਬੀਸ਼ੀਅਸ ਪ੍ਰਪੋਜ਼ਲ ਲੈ ਕੇ ਆਵਾਂਗੇ ਸਰਕਾਰ ਤੋਂ। ਸੋ ਇਨ ਪ੍ਰਿੰਸੀਪਲ ਦਿਸ ਹੈਜ਼ ਬੀਨ ਡਿਸਕਸ। ਸੋ ਸਾਡੇ ਐਫਰਟਸ ਹੈਗੇ ਕਿ ਪੰਜਾਬ ਪੁਲਿਸ ਨੂੰ ਮਾਡਰਨਾਈਜ਼ ਕੀਤਾ ਜਾਵੇ, ਅਪਗ੍ਰੇਡ ਕੀਤਾ ਜਾਵੇ। ਇੱਕ ਸਵਾਲ ਹੈ ਸਰ, ਜੇਲ੍ਹਾਂ ਦੀ ਤੁਸੀਂ ਗੱਲ ਕੀਤੀ ਸਰ, ਜੇਲ੍ਹਾਂ 'ਚ ਮੋਬਾਈਲ ਜਿਹੜੇ ਹੈ ਉਹ ਬਹੁਤ ਰਿਕਵਰ ਹੋ ਰਹੇ ਹੈ, ਹੁਣ ਵੀ ਨਹੀਂ ਸਿਲਸਿਲਾ ਰੁਕ ਰਿਹਾ ਹੈ। ਕੋਈ ਵੀ ਜੇਲ੍ਹ 'ਚ ਤੁਸੀਂ ਛਾਪੇ ਮਾਰ ਲਓ ਜਾਂ ਫਿਰ ਰਿਕਵਰੀ ਜਿਹੜੀ ਹੈ ਕੰਟੀਨਿਊ ਜਿਹੜਾ ਰੂਟੀਨ ਚੱਲ ਰਹੀ ਹੈ, ਉਹਨੂੰ ਰੋਕਣ ਵਾਸਤੇ ਸਰ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ? ਕਿਉਂਕਿ ਜਿਹੜੀ ਮੈਨੂੰ ਲੱਗਦਾ ਦੋ ਤਿੰਨ ਚੀਜ਼ਾਂ ਮੈਂ ਇਸ ਤੇ ਦੱਸਾਂਗਾ। ਇੱਕ ਤੇ ਸੀਐਮ ਸਾਹਿਬ ਨੇ ਟੇਕ ਅਪ ਕੀਤਾ ਸੀਗਾ ਹੋਮ ਮਿਨਿਸਟਰ ਸਾਹਿਬ ਨਾਲ। ਸੋ ਹੋਮ ਮਿਨਿਸਟਰ ਵਾਸ ਵੈਰੀ ਲਾਰਜ ਹਾਰਟਡ, ਹੀ ਅਨਾਉਂਸਡ ਕਿ ਅਸੀਂ ਪੰਜਾਬ ਨੂੰ 100, ਉਹਨਾਂ ਨੇ ਅਪਰੂਵ ਕਰਤਾ ਹੈਗਾ 100 ਕਰੋੜ ਦੇਣਗੇ ਕਿ ਇੱਕ ਬਿਲਕੁਲ ਅਲਟਰਾ ਮਾਡਰਨ ਜੇਲ੍ਹ ਬਣਾਉਣ ਲਈ। ਸੋ ਉਹ ਸੈਂਟਰਲੀ ਨਵਾਂ ਸ਼ਹਿਰ ਦੇ ਆਲੇ ਦੁਆਲੇ ਲੈਂਡ ਕੀਤਾ ਜਾ ਰਿਹਾ ਹੈਗਾ। ਦੂਜਾ ਜਿਹੜਾ ਜਿਵੇਂ ਬਠਿੰਡਾ ਜੇਲ੍ਹ ਦੇ ਵਿੱਚ, ਮੈਂ ਬਹੁਤਾ ਖੁੱਲ੍ਹ ਕੇ ਨਹੀਂ ਬੋਲ ਸਕਦਾ, ਤੇ ਅਸੀਂ ਇੱਕ ਟੈਕਨੋਲੋਜੀਕਲ ਸੋਲੂਸ਼ਨ ਇੰਪਲੀਮੈਂਟ ਕੀਤਾ ਸੀਗਾ 2 ਸਾਲ ਪਹਿਲੇ। ਸੋ ਉਸ ਜੇਲ੍ਹ ਦੇ ਵਿੱਚ ਮੋਬਾਈਲ ਚੱਲਦੇ ਹੀ ਨਹੀਂ ਹੈ। ਸੋ ਉਹ ਅਸੀਂ ਰਿਪੀਟ ਕਰ ਰਹੇ ਹੈਗੇ ਫॉर ਆਲ ਦਾ ਜੇਲਸ ਇਨ ਪੰਜਾਬ, ਟੈਕਨੀਕਲ ਸੋਲੂਸ਼ਨ ਜਿਹੜਾ ਹੈਗਾ। ਤੀਜਾ ਇਹਨਾਂ ਦੀ ਮੈਨ ਪਾਵਰ, ਜਿਹੜਾ ਜੇਲ੍ਹ ਡਿਪਾਰਟਮੈਂਟ ਹੈ, ਜਿੱਥੇ ਇਹਨਾਂ ਦੀ ਬਾਉਂਡਰੀ, ਦੇਖੋ ਜਿਹੜੇ ਬਿਲਟ ਅਪ ਏਰੀਆ 'ਚ ਪ੍ਰੋਬਲਮ ਹੈਗੀ, ਕਿਉਂਕਿ ਜਿਹੜਾ ਥਰੋ ਦਾ ਸਿਸਟਮ ਹੈ, ਈਵਨ ਇਫ ਇੱਕ ਤਾਂ ਚਲੋ ਸਕਰੀਨਿੰਗ ਦੇ ਵਿੱਚ ਕਈ ਵਾਰੀ ਆ ਜਾਂਦੇ ਹੈ, ਅਦਰਵਾਈਜ਼ ਜਿਵੇਂ ਲੁਧਿਆਣਾ ਜੇਲ੍ਹ ਹੈ ਜਾਂ ਪਟਿਆਲਾ ਦੇ ਵਿੱਚ ਜੇਲ੍ਹ ਹੈ, ਉਹ ਥਰੋ ਕਰਕੇ ਵੀ ਮੋਬਾਈਲ, ਡਰੱਗਸ, ਹੋਰ ਚੀਜ਼ਾਂ ਅੰਦਰ ਆ ਜਾਂਦੀਆਂ। ਸੋ ਦਿਸ ਇਜ਼ ਅ ਪ੍ਰੋਬਲਮ। ਤਾਂ ਲੌਂਗ ਟਰਮ ਆਹੀ ਸੋਲੂਸ਼ਨ ਹੈ ਕਿ ਜੇਲ੍ਹਾਂ ਨੂੰ ਡੀਕੰਜੈਸਟ ਕਰਕੇ ਜਿਹੜੇ ਆਊਟਸਕਰਟਸ 'ਚ ਲੈ ਕੇ ਜਾਇਆ ਜਾਵੇ ਤੇ ਇਹਨਾਂ ਨੂੰ ਫੁੱਲੀ ਸਿਕਿਉਰ ਕੀਤਾ ਜਾਵੇ। ਮੈਨ ਪਾਵਰ ਇਜ਼ ਆਲਮੋਸਟ 50%। ਜਿਹੜੀ ਪੰਜਾਬ ਦੀ ਜੇਲ੍ਹਾਂ ਦਾ ਸੈਂਕਸ਼ਨਡ ਮੈਨ, ਉਹ 50% ਸਟਰੈਂਥ ਤੇ ਕੰਮ ਕਰ ਰਹੀ ਹੈ। ਸੋ ਉਹਨਾਂ ਦੇ ਵੀ ਬੜੇ ਕੰਸਟ੍ਰੇਂਟਸ ਹੈ। ਸੋ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹੈਗੇ ਕਿ ਜੇਲ੍ਹਾਂ ਨੂੰ ਮਾਡਰਨਾਈਜ਼, ਅਪਗ੍ਰੇਡ ਕੀਤਾ ਜਾਵੇ। ਜਿਹਦਾ ਮੈਨ ਪਾਵਰ ਪਹਿਲਾਂ ਹੀ ਘੱਟ ਹੈ, ਸਰਕਾਰ ਨੇ ਕਿਤੇ ਨਹੀਂ ਫੈਸਲਾ ਲਿਆ। ਹੁਣ ਪੰਜਾਬ ਪੁਲਿਸ ਦੇ ਜਵਾਨ ਜ਼ਿਆਦਾਤਰ ਮੈਰਿਜ ਪੈਲਸਾਂ ਦੇ ਬਾਹਰ ਖੜਦੇ ਰਾਤ ਨੂੰ, ਤੁਹਾਨੂੰ ਨਹੀਂ ਲੱਗਦਾ ਵੀ ਜ਼ਿਆਦਾ ਚੈਲੰਜਿੰਗ ਹੈ? ਰਾਤ ਨੂੰ ਸੁਰੱਖਿਆ ਹੋਰ ਵਧਾਉਣੀ ਚਾਹੀਦੀ ਹੈ। ਹਾਲੀ ਦੇ ਵਿੱਚ ਬਿਲਡਿੰਗਾਂ ਦੀ ਗੱਲ ਕਰ ਲਈਏ ਜਾਂ ਜਿਹੜੇ ਨਸ਼ਾ ਤਸਕਰਾਂ ਦੇ ਇਲਾਕੇ ਨੇ ਜ਼ਿਆਦਾ ਨਹੀਂ, ਅਸੀਂ ਦੇਖੋ ਸਾਡੀ ਜਿਹੜੀ ਟੌਪ ਮੋਸਟ ਪ੍ਰਾਇੋਰਟੀ ਹੈਗੀ ਸਟੇਟ ਗਵਰਨਮੈਂਟ ਦੀ ਹੈਗੀ, ਉਹ ਗੈਂਗਸਟਰਸ, ਡਰੱਗਸ, ਟੈਰਰਿਜ਼ਮ। ਅਸੀਂ ਇਸ ਤੇ ਪੂਰਾ ਫੋਕਸ ਕਰਾਂਗੇ ਤੇ ਬਾਕੀ ਜਿਹੜੀ ਵੀ ਸਰਕਾਰ ਦੀ ਹਦਾਇਤਾਂ ਹੈ ਉਹ ਉਸ ਦੀ ਵੀ ਪਾਲਣਾ ਕੀਤੀ ਜਾਊਗੀ ਜੀ। ਅਸੀਂ ਥੈਂਕ ਯੂ ਵੈਰੀ ਮਚ ਜੀ। ਆਓ ਜੀ, ਲੈਟਸ ਹੈਵ ਅ ਕੱਪ ਆਫ ਟੀ। ਇਹ ਐਕਸਕਲੂਸਿਵ ਨਹੀਂ ਕਰਾਂਗੇ ਜੀ।